ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਸਜਣ ਸਚਾ ਬਾਦਸ਼ਾਹ ਸਿਰ ਸਰਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਸੋਲਹੇ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਾਚਾ ਸਚ ਸੋਈ ਅਵਰ ਨ ਕੋਈ। ਜਿਨ ਸਿਰਜੀ ਤਿਨ ਹੀ ਫੁਨ ਗੋਈ। ਜਿਉ ਭਾਵੈ ਤਿਉ ਰਾਖਹੁ ਰਹਿਣਾ। ਤੁਮ ਸਿਉ ਕਿਆ ਰਾਈ ਹੈ। ਸਾਚਾ ਸਾਚਾ ਸੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੋਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀਓ। ਆਓ ਬੜੀ ਪਿਆਰੀ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਮਾਰੂ ਸੋਲਹੇ ਮਹੱਲਾ ਪਹਿਲਾ। 16 ਪਦਾਂ ਵਾਲੇ ਸ਼ਬਦਾਂ ਦਾ ਨਾਮ ਹੈ। ਜਿਵੇਂ ਅਸ਼ਟਪਦੀਆਂ 8 ਪਦਿਆਂ ਵਾਲੇ ਦਾ ਨਾਮ ਹੈ। ਚੌਪਦੇ 4 ਪਦਿਆਂ ਵਾਲੇ ਸ਼ਬਦਾਂ ਦਾ ਨਾਮ ਹੈ। 2 ਪਦੇ ਤੇ ਹੁੰਦੇ ਹਨ। ਇਸ 16 ਪਦਾਂ ਵਾਲੇ ਸ਼ਬਦਾਂ ਨੂੰ ਗੁਰੂ ਸਾਹਿਬ ਨੇ 16 ਲਿਖ ਦਿੱਤਾ ਹੈ। ਪਰ ਬਾਣੀ ਹੈ, ਗੁਰਬਾਣੀ ਕਿਸੇ ਬੰਦਸ਼ ਦੇ ਵਿੱਚ ਨਹੀਂ ਬੱਝੀ ਹੋਈ। ਸਿਰਲੇਖ 16 ਹੀ ਹੈ, ਪਰ ਜ਼ਰੂਰੀ ਨਹੀਂ ਕਿ ਸ਼ਬਦ ਦੇ ਬਾਦੀ ਹੋਣ। ਕਈਆਂ 16 ਦੇ 15 ਪਦ ਨੇ, ਕਈਆਂ ਦੇ 17 ਨੇ, ਕਈ ਪਦਾਂ ਦੇ ਵੀ ਆਉਣਗੇ, ਪਰ 16 ਹੀ ਹੈ। ਉਂਝ ਚਾਲ ਚਿੰਤਰ ਕਲਾ ਛੰਦ ਵਾਂਗ ਜੋ 61 ਮਾਤਰਾ ਦਾ ਹੁੰਦਾ ਹੈ। 3 ਪੰਕਤੀਆਂ ਮਾਤਰਾ ਦੀਆਂ ਅਤੇ 13 ਮਾਤਰਾ ਦੀ ਹੈ। ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮਾਰੂ ਰਾਗ ਦੇ ਵਿੱਚ ਉਚਾਰਨ ਕਰ ਰਹੇ ਹਨ। ਏਕ ਓੰਕਾਰ। ਚੈਪਟਰ ਜੋ ਬਦਲ ਰਿਹਾ ਹੈ, ਪ੍ਰਕਰਨ ਚੇਂਜ ਹੋ ਰਿਹਾ, ਇਸ ਲਈ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਮਤਿ ਦੇ ਮੁਤਾਬਕ ਵਸਤੂ ਨਿਰਦੇਸ਼ ਕਰਦੇ ਆ, ਪ੍ਰਭੂ ਦੀ ਉਸਤਤੀ ਕਰਦੇ ਹਨ। ਇੱਕ ਅਦੁੱਤੀ ਪਰਮੇਸ਼ਰ ਓੰਕਾਰ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ। ਜੋ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਜੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਵਿਖੇ ਬਿਰਾਜਮਾਨ ਸਨ। ਉਸ ਇਹ ਮਾਰੂ ਰਾਗ ਅੰਦਰ 16 ਪੌੜੀਆਂ ਵਾਲੇ ਸ਼ਬਦ ਉਚਾਰਨ ਕਰ ਰਹੇ ਨੇ। ਸਾਚਾ ਸਚ ਸੋਈ ਅਵਰ ਨ ਕੋਈ। ਉਹ ਪਰਮੇਸ਼ਰ ਪਿੱਛੇ ਬੀਤ ਚੁੱਕੇ ਸਮੇਂ ਵਿੱਚ ਵੀ, ਹੁਣ ਵਰਤਮਾਨ ਸਮੇਂ ਵਿੱਚ ਉਹੀ ਹੈ ਅਤੇ ਅੱਗੇ ਨੂੰ ਵੀ ਉਹੀ ਹੀ ਰਹੇਗਾ। ਅਵਰ ਨਾ ਕੋਈ, ਉਸ ਤੋਂ ਬਿਨਾਂ ਸਥਾਨ ਵਿੱਚ ਹੋਰ ਕੋਈ ਵੀ ਨਹੀਂ ਹੈ। ਜਿਨ ਸਰਜੀ ਤਨਹਿ ਫਨ ਗੋਈ। ਜਿਸ ਪਰਮੇਸ਼ਰ ਨੇ ਇਹ ਰਚਨਾ ਕੀਤੀ ਹੈ, ਦੀ ਰਚਨਾ ਉਸਨੇ ਪੁਨः ਆਪਣੀ ਦੇ ਵਿੱਚ ਹੈ, ਮਿਲਾਈ ਹੈ ਅਤੇ ਗੋਈ ਛੁਪਾ ਲਈ ਹੈ। ਦੇ ਭਾਸ਼ਾ ਅਨੁਸਾਰ ਗੋਈ ਛੁਪਾਈ ਹੈ। ਫਾਰਸੀ ਗੋਈ ਨਾਮ ਬੁਲਾਉਣ ਵਿੱਚ ਗੋਈ ਨਾਮ ਲੁਕਾਈ ਗੁਪਤ ਕੀਤੀ ਦਾ ਹੈ। ਮਤਲਬ ਜੇ ਵਾਹਿਗੁਰੂ ਨੇ ਪੈਦਾ ਕੀਤੀ, ਆਪ ਹੀ ਉਸ ਨੂੰ ਗੋ ਦਿੱਤਾ। ਜਿਸ ਤਰ੍ਹਾਂ ਆਟਾ ਗੁੰਨ ਇਸ ਤਰ੍ਹਾਂ ਤੇ ਕਰ ਦਿੱਤਾ। ਜਿਉ ਪਾਵੈ ਤਿਉ ਰੱਖੋ ਰਹਿਣਾ। ਆਤਮਾ ਜਿਵੇਂ ਪਾਉਂਦਾ ਤਿਵੇਂ ਰੱਖਣਾ ਗੁਰੂ, ਉਸ ਘਰ ਹੀ ਸਾਡਾ ਰਹਿਣਾ ਹੁੰਦਾ ਹੈ। ਤੁਮ ਸਿਉ ਕਿਆ ਮੁਕਰਾਈ ਹੈ। ਨਾਲ ਕੀ ਮੁਕਰ ਸਕਦਾ? ਕੋਈ ਮੁਕਰ ਨਹੀਂ ਸਕਦਾ। ਆਪੇ ਪਾਏ ਆਪ ਖਪਾਏ। ਤੂੰ ਆਪ ਹੀ 5 ਤੱਤ ਪੈਦਾ ਕੀਤੇ। 5 ਸੂਖਮ ਤੱਤਾਂ ਤੋਂ ਸੂਖਮ ਅਤੇ 5 ਸਥੂਲ ਤੱਤਾਂ ਤੋਂ ਸਥੂਲ ਸ੍ਰਿਸ਼ਟੀ ਪੈਦਾ ਕੀਤੀ ਹੈ। ਇਸੇ ਪ੍ਰਕਾਰ ਆਪ ਉਪਾਏ ਆਪ ਖਪਾਏ। ਆਪ ਹੀ ਸਭ ਪੈਦਾ ਕਰਦਾ ਹੈ ਅਤੇ ਆਪ ਹੀ
ਸਭ ਨਾਸ਼ ਕਰ ਦਿੰਦਾ ਹੈ। ਆਪੇ ਸਿਰ ਸਿਰ ਧੰਦਾ ਲਾਏ, ਤੂੰ ਆਪ ਹੀ ਵਾਸ਼ਨਾ ਦੇ ਅਨੁਸਾਰ ਕੰਮਾਂ ਕਾਰਾਂ ਵਿੱਚ ਲਾਉਣਾ ਕੀਤੇ ਹਨ। ਆਪੇ ਵਿਚਾਰੀ ਗੁਣਕਾਰੀ, ਤੂੰ ਆਪ ਹੀ ਚੌਹਾਂ ਸਾਧਨਾਂ ਦੇ ਸਿੱਧ ਹੋ ਕੇ ਆਪਣੇ ਸਰੂਪ ਦੀ ਵਿਚਾਰ ਵਾਲਾ ਜਗੀ ਹੈ। ਆਪ ਹੀ ਗੁਣ ਦੇਣ ਵਾਲਾ ਉਪਕਾਰੀ ਗੁਰੂ ਰੂਪ ਹੈ। ਇਸੇ ਪ੍ਰਕਾਰ ਆਪੇ ਵਿਚਾਰੀ ਗੁਣਕਾਰੀ, ਦੇ ਗੁਣ ਗੁਣਾਂ ਦੀ ਵਿਚਾਰ ਕਰਨ ਵਾਲਾ ਹੈ। ਆਪ ਹੀ ਗੁਣ ਨਾਮ ਮੇਟਣ ਦੀ ਕਾਰੀ ਨਾਮ ਦਵਾਈ ਨਿਰਵਿਕਾਰ ਜੀਵਨ ਬਣਾਉਣ ਵਾਲਾ ਹੈ। ਇਸੇ ਪ੍ਰਕਾਰ ਆਪੇ ਵਿਚਾਰੀ ਗੁਣਕਾਰੀ, ਆਪ ਹੀ ਦੀ ਵਿਚਾਰ ਵਾਲਾ ਉੱਤਮ ਅਧਿਕਾਰੀ ਰੂਪ ਹੈ। ਆਪ ਹੀ ਤਤ ਵੇਤਾ ਬ੍ਰਹਮ ਗਿਆਨੀ ਰੂਪ ਗੁਣਕਾਰੀ ਹੈ। ਆਪੇ ਮਾਰਗ ਲਾਈ ਹੈ, ਅਤੇ ਆਪ ਹੀ ਜਗਿਆਸੂ ਜਨਾਂ ਨੂੰ ਭਾਉ ਭਗਤੀ ਸਹਿਤ ਗਿਆਨ ਦੇ ਰਸਤੇ ਵਿੱਚ ਲਾਉਣਾ ਕਰਦਾ ਹੈ। ਆਪੇ ਦਾਨਾ ਆਪੇ ਬਿਨਾ, ਤੂੰ ਆਪ ਹੀ ਸਭ ਦੇ ਅੰਦਰ ਦੀ ਵਾਲਾ ਗਿਆਤਾ ਹੈ। ਆਪ ਹੀ ਸਭ ਦੇ ਗੁਪਤ ਕੰਮਾਂ ਨੂੰ ਦੇਖਣ ਵਾਲਾ ਹੈ। ਆਪੇ ਆਪੇ ਉਪਾਏ ਪਤੀਨਾ, ਆਪ ਹੀ ਸਾਰ ਨੂੰ ਪੈਦਾ ਕਰਕੇ ਪਤੀਜ ਦਾ ਖੁਸ਼ ਹੁੰਦਾ ਹੈ ਕਿ ਜਗਤ ਤਮਾਸ਼ਾ ਰੂਪ ਹੈ। ਇਸ ਕਾਰ ਆਪੇ ਆਪੇ ਉਪਾਏ ਪਤੀਨਾ, ਆਪੇ ਆਪ ਹੀ ਇਹਨਾਂ ਦੇ ਅੰਦਰ ਅਪਰੋਖ ਗਿਆਨ ਪੈਦਾ ਕਰਦਾ ਹੈ ਅਤੇ ਆਪ ਹੀ ਉਹਨਾਂ ਪਰ ਪਤੀਜਨ ਵਾਲਾ ਹੈ। ਆਪੇ ਪੌਣ ਪਾਣੀ ਬੈ ਸੰਤਰਾ, ਆਪ ਹੀ ਹਵਾ ਪਾਣੀ ਅਤੇ ਧਰਤੀ ਤੇ ਆਕਾਸ਼ ਆਦਿਕ ਤੱਤਾਂ ਨੂੰ ਪੈਦਾ ਕਰਨ ਵਾਲਾ ਹੈ। ਆਪੇ ਮੇਲ ਮਿਲਾਈ ਹੈ, ਇਹਨਾਂ ਪੰਜਾਂ ਵਿਰੋਧੀ ਤੱਤਾਂ ਨੂੰ ਇੱਕ ਮੇਲ ਦੇ ਵਿੱਚ ਮਿਲਾਇਆ ਗਿਆ ਹੈ। ਇਸੇ ਪ੍ਰਕਾਰ ਆਪੇ ਪੌਣ ਪਾਣੀ ਬੈ ਸੰਤਰਾ, ਆਪ ਹੀ ਪੌਣ ਦੀ ਨਿਆਈ ਰਜੋਗੁਣੀ, ਪਾਣੀ ਦੀ ਨਿਆਈ ਗੁਣੀ, ਅਗਨੀ ਦੀ ਨਿਆਈ ਤਮੋ ਗੁਣੀ ਜੀ ਪੈਦਾ ਕੀਤੇ ਹਨ। ਆਪੇ ਮੇਲ ਮਿਲਾਈ ਹੈ, ਆਪ ਹੀ ਤਿੰਨਾਂ ਗੁਣਾਂ ਦੇ ਮੇਲ ਦੇ ਵਿੱਚ ਮਿਲਣ ਵਾਲਾ ਹੈ। ਇਸੇ ਪ੍ਰਕਾਰ ਆਪੇ ਪੌਣ ਪਾਣੀ ਬੈ ਸੰਤਰਾ, ਤੂੰ ਆਪ ਹੀ ਪੌਣ ਦੀ ਨਿਆਈ ਨਿਰਲੇ ਹੈ, ਪਾਣੀ ਦੀ ਨਿਆਈ ਰੂਪ ਹੈ ਅਤੇ ਤਰ੍ਹਾਂ ਪ੍ਰਕਾਸ਼ ਰੂਪ ਹੈ। ਆਪੇ ਮੇਲ ਮਿਲਾਈ ਹੈ, ਅਤੇ ਆਪ ਹੀ ਗੁਰਾਂ ਦੁਆਰਾ ਆਪ ਦੇ ਵਿੱਚ ਮਿਲਾਉਣ ਵਾਲਾ ਹੈ। ਆਪੇ ਸਸ ਸੂਰਾ ਪੂਰੋ ਪੂਰਾ, ਤੂੰ ਆਪ ਹੀ ਚੰਦਰਮਾ ਅਤੇ ਹੈ ਅਤੇ ਹੀ ਪੂਰੀਆਂ ਦੇ ਵਿੱਚੋਂ ਪੂਰਾ ਹੈ। ਚੰਦਰਮਾ ਦੀ ਤਰ੍ਹਾਂ ਗੁਣ ਦਾ ਪ੍ਰਕਾਸ਼ਕ ਹੈ, ਦੀ ਤਰ੍ਹਾਂ ਤਮੋ ਗੁਣ ਦਾ ਪ੍ਰਕਾਸ਼ਕ ਹੈ। ਜਾਂ ਚੰਦਰਮਾ ਦੀ ਤਰ੍ਹਾਂ ਵੈਰਾਗ ਦੇਣ ਵਾਲਾ ਹੈ ਤੇ ਦੀ ਤਰ੍ਹਾਂ ਅਪਰੋਖ ਗਿਆਨ ਦੇਣ ਵਾਲਾ ਹੈ। ਅਤੇ ਜੋ ਤੇਰਾ ਕਰਨ ਵਿੱਚ ਪੂਰੇ ਉਹਨਾਂ ਵਿੱਚ ਮੰਨਣ ਰੂਪ ਪੂਰਨ ਹੈ। ਜੋ ਮੰਨਣ ਦੇ ਵਿੱਚ ਪੂਰਨ ਨੇ ਉਹਨਾਂ ਵਿੱਚੋਂ ਨਦੀ ਪੂਰਾ ਹੈ। ਜੋ ਨਦੀ ਵਿੱਚ ਪੂਰੇ ਨੇ ਉਹਨਾਂ ਵਿੱਚ ਤਤਵੰਦ ਸੰਸ਼ੋਧਨ ਕਰਾਉਣ ਰੂਪ ਪੂਰਾ ਹੈ। ਅਤੇ ਜੀਵਨ ਜਿਹੜੇ ਜੀਵਨ ਮੁਕਤ ਨੇ ਉਹਨਾਂ ਦੇ ਵਿੱਚ ਪੂਰਨ ਆਨੰਦ ਸਰੂਪ ਹੈ। ਇਸ
ਕਾਰ ਆਪੇ ਸਸ ਸੂਰਾ ਪੂਰੋ ਪੂਰਾ ਆਪ ਹੀ ਗੁਣ ਮਸ਼ੀਨ ਅੰਤਰ ਰੂਪ ਚੰਦਰਮਾ ਹੈ। ਆਪ ਹੀ ਗਿਆਨ ਰੂਪ ਅਤੇ ਹੀ ਪੂਰਨ ਆਨੰਦ ਦੀ ਪ੍ਰਾਪਤੀ ਕਰਨ ਵਾਲਾ ਪੂਰਨ ਬ੍ਰਹਮ ਵੇਤਾ ਰੂਪ ਹੈ। ਆਪੇ ਗਿਆਨ ਧਿਆਨ ਗੁਰ ਸੂਰਾ ਹੀ ਨਿਰਗੁਣ ਸਰੂਪ ਦਾ ਗਿਆਨ ਸਰਗੁਣ ਸਰੂਪ ਦਾ ਧਿਆਨ ਦੇ ਗੁਰੂ ਰੂਪੀ ਸੂਰਮਾ ਹੈ। ਜਾਂ ਆਪ ਹੀ ਚਿੱਤ ਦੀ ਚੰਚਲਤਾਈ ਨੂੰ ਮਿਟਣ ਰੂਪ ਧਿਆਨ ਲਗਵਾ ਕੇ ਗਿਆਨ ਰੂਪ ਕਿਰਨਾਂ ਨਾਲ ਅਗਿਆਨਤਾ ਦੇ ਹਨੇਰੇ ਮਿਟਣ ਵਾਲਾ ਗੁਰੂ ਰੂਪ ਹੈ। ਕਾਲ ਜਾਲ ਜਮ ਜੋਹੇ ਨਾ ਸਕੈ ਸੋ ਪਾਸ਼ਾ ਜੀ ਫਰਮਾਉਂਦੇ ਨੇ ਸਾਚੇ ਸੌ ਲਿਵ ਲਾਈ ਹੈ। ਇਸ ਪਾਤਸ਼ਾਹ ਜੀ ਤੇਰੇ ਨਾਲ ਲਿਬਰਤੀ ਲਾਉਣਾ ਕੀਤੀ, ਉਹਨਾਂ ਨੂੰ ਕਾਲ ਮੌਤ ਦੇਣ ਵਾਲਾ ਯਾਜ ਮੌਤ ਦੀ ਫਾਹੀ ਲੈ ਕੇ ਜੋ ਹੈ ਤੱਕ ਵੀ ਨਹੀਂ ਆਪੇ ਪੁਰਖਾ ਆਪੇ ਹੀ ਨਾਰੀ ਈਸ਼ਰ ਤੂੰ ਆਪ ਹੀ ਮਰਦ ਅਤੇ ਆਪ ਹੀ ਇਸਤਰੀ ਦੇ ਰੂਪਾਂ ਦੇ ਵਿੱਚ ਮਰਤਨ ਵਾਲਾ ਹੈ। ਇਸੇ ਪ੍ਰਕਾਰ ਆਪੇ ਪੁਰਖਾ ਆਪੇ ਹੀ ਨਾਰੀ ਅਕਾਲ ਉਸਤਤ ਦੇ ਵਿੱਚ ਕਲਗੀਧਰ ਜੀ ਦੇ ਬਚਨ ਹਨ ਕਿ ਤੂੰ ਨਾ ਰਹੋ ਕਿਤੇ ਆਪ ਹੀ ਪੁਰਖ ਰੂਪ ਪਰਮੇਸ਼ਰ ਰੂਪ ਹੈ ਤੇ ਆਪ ਹੀ ਕਿਤੇ ਤੂੰ ਨਾਰੀ ਪਾਪ ਰੂਪ ਹੈ। ਇਸੇ ਪ੍ਰਕਾਰ ਆਪੇ ਪੁਰਖਾ ਆਪੇ ਹੀ ਨਾਰੀ ਹੀ ਜੀਵ ਰੂਪੀ ਪੁਰਖ ਹੈ ਅਤੇ ਆਪ ਹੀ ਅਵਿਦੀ ਨਾਰੀ ਹੈ। ਇਸ ਪ੍ਰਕਾਰ ਆਪੇ ਪੁਰਖਾ ਆਪੇ ਹੀ ਨਾਰੀ ਹੀ ਗੁਰੂ ਰੂਪੀ ਪੁਰਖ ਹੈ ਅਤੇ ਆਪ ਹੀ ਰੂਪ ਇਸਤਰੀ ਹੈ। ਆਪੇ ਪਾਸਾ ਆਪੇ ਸਾਰੀ ਤਿੰਨਾਂ ਗੁਣਾ ਰੂਪ ਆਸਾ ਰੂਪ ਹੈ ਅਤੇ ਜੀਵ ਨਰਦ ਹੈ। ਆਪੇ ਪਿੜ ਬਾਦੀ ਜਗ ਖੇਲਾ ਆਪ ਹੀ ਬਾਜੀ ਬਨ ਕੇ ਖੇਲਦਾ ਪਿਆ ਹੈ। ਆਪੇ ਕੀਮਤ ਪਾਈ ਹੈ ਅਤੇ ਬ੍ਰਹਮ ਰੂਪ ਹੋ ਕੇ ਆਪਣੇ ਸਰੂਪ ਦੇ ਅੰਤ ਤੂੰ ਪਾਈ ਹੈ। ਆਪੇ ਪਵਰ ਫੁੱਲ ਫਲ ਤਰਵਰ ਤੂੰ ਹੀ ਭੌਰਾ ਰੂਪੀ ਫੁੱਲ ਫਲ ਅਤੇ ਤਰਵਰ ਬ੍ਰਿਕਸ਼ ਰੂਪ ਹੈ। ਆਪ ਹੀ ਭੌਰਾ ਹੈ, ਆਪ ਹੀ ਫੁੱਲ ਤੇ ਆਪ ਹੀ ਫਲ ਤੇ ਆਪ ਹੀ ਬ੍ਰਿਕਸ਼ ਹੈ। ਇਸੇ ਪ੍ਰਕਾਰ ਆਪੇ ਭਵਰ ਫੁੱਲ ਫਲ ਤਰਵਰ ਤੂੰ ਆਪ ਹੀ ਜੀਵ ਰੂਪ ਭੌਰਾ ਹੈ ਸੰਸਾਰ ਰੂਪੀ ਜੀਵਾਂ ਆਮ ਜਿਹੜੇ ਜੀਵ ਗਰਮ ਕਰਦੇ ਨੇ ਉਹ ਰੂਪੀ ਫੁੱਲ ਹੈ ਤੇ ਸੁਖ ਰੂਪੀ ਫਲ ਹੈ। ਇਸ ਪ੍ਰਕਾਰ ਆਪੇ ਪਵਰ ਫੁੱਲ ਫਲ ਤਰਵਰ ਤੂੰ ਆਪ ਹੀ ਭੌਰਾ ਹੈ, ਆਪ ਹੀ ਵੇਦ ਰੂਪੀ ਫੁੱਲ ਸੁਧ ਰੂਪੀ ਖੁਸ਼ਬੂ ਬ੍ਰਹਮ ਗਿਆਨ ਰੂਪੀ ਫਲ ਅਤੇ ਗੁਰੂ ਰੂਪ ਬ੍ਰਿਕਸ਼ ਹੈ। ਆਪੇ ਜਲ ਥਲ ਸਾਗਰ ਸਰਵਰ ਤੂੰ ਆਪ ਹੀ ਪਾਣੀ ਰੂਪ ਖੁਸ਼ਕੀ ਰੂਪ ਸਮੁੰਦਰ ਰੂਪ ਅਤੇ ਮਾਨਸਰੋਵਰ ਰੂਪ ਹੈ। ਇਸੇ ਪ੍ਰਕਾਰ ਆਪੇ ਜਲ ਥਲ ਸਾਗਰ ਸਰਵਰ ਆਪ ਹੀ ਜਲ ਦੀ ਨੀਮੀ ਰੂਪ ਹੈ,
ਥਲ ਦੀ ਨਿਆਈ ਕਨਿਸ਼ਟ ਅਧਿਕਾਰੀ ਰੂਪ ਹੈ ਅਤੇ ਆਪ ਹੀ ਸੰਸਾਰ ਰੂਪ ਸਮੁੰਦਰ ਅਤੇ ਸਤਿਗੁਰੂ ਰੂਪ ਮਾਨ ਸਰੋਵਰ ਹੈ। ਆਪੇ ਮਛ ਕਛ ਕਰਨੀ ਕਰ ਆਪ ਹੀ ਮੱਛ ਅਤੇ ਕਛ ਅਵਤਾਰ ਰੂਪ ਹੈ ਅਤੇ ਇਹਨਾਂ ਦੀ ਕਰਨੀ ਨੂੰ ਕਰਨ ਵਾਲਾ ਹੈ। ਇਸੇ ਪ੍ਰਕਾਰ ਆਪੇ ਮਛ ਕਛ ਕਰਨੀ ਕਰ ਤੂੰ ਆਪ ਹੀ ਮੱਛ ਭਾਵ ਮਾਤ ਲੋਕ ਅਤੇ ਕਛ ਭਾਵ ਪਤਾਲ ਲੋਕ ਬਣਾਉਣਾ ਕੀਤਾ ਹੈ ਅਤੇ ਆਪ ਹੀ ਸਾਰੀਆਂ ਕਰਨੀਆਂ ਤੇ ਕਰਤੱਵਾਂ ਨੂੰ ਕਰਨ ਵਾਲਾ ਹੈ। ਇਸ ਪ੍ਰਕਾਰ ਆਪੇ ਮਛ ਕਛ ਕਰਨੀ ਕਰ ਤੂੰ ਆਪ ਹੀ ਮੱਛ ਦੀ ਨਿਆਈ ਪ੍ਰੇਮ ਰੂਪੀ ਕਰਨੀ ਕਰਨ ਵਾਲਾ ਹੈ ਅਤੇ ਆਪ ਹੀ ਕੱਛ ਦੀ ਨਿਆਈ ਨਿਮਰਤਾ ਧਾਰਨ ਕਰਨੀ ਵਾਲਾ ਹੈ। ਤੇਰਾ ਰੂਪਨ ਲਖਣਾ ਜਾਈ ਹੈ ਤੇਰਾ ਰੂਪ ਕਿਸੇ ਪਾਸੋਂ ਜਾਣਿਆ ਨਹੀਂ ਜਾਂਦਾ ਹੈ। ਆਪੇ ਦਿਨ ਸਾਇ ਆਪੇ ਹੀ ਰਹਿਣੀ ਆਤਮਾ ਤੂੰ ਆਪ ਹੀ ਦਿਨ ਰੂਪ ਹੈ ਅਤੇ ਹੀ ਰਾਤ ਰੂਪ ਹੈ। ਇਸ ਪ੍ਰਕਾਰ ਆਪੇ ਦਿਨ ਸਾਇ ਆਪੇ ਹੀ ਰਹਿਣੀ ਤੂੰ ਆਪ ਹੀ ਦਿਨ ਦੀ ਨਿਆਈ ਗਿਆਨਮਨ ਪੈਦਾ ਨੇ ਅਤੇ ਆਪ ਹੀ ਰਾਤ ਦੀ ਨਿਆਈ ਅਗਿਆਨੀ ਜੀ ਪੈਦਾ ਕੀਤੇ। ਇਸੇ ਪ੍ਰਕਾਰ ਆਪੇ ਦਿਨ ਸਾਇ ਆਪੇ ਹੀ ਰਹਿਣੀ ਆਪ ਹੀ ਦਿਨ ਅਪਰੋ ਗਿਆਨੀ ਪੈਦਾ ਕੀਤੇ ਨੇ ਅਤੇ ਆਪ ਹੀ ਭੇਜੀ ਹੋਈ ਅਵਸਥਾ ਰੂਪ ਰਾਤ ਪੈਦਾ ਕੀਤੀ ਹੈ ਜਿਹਦੇ ਵਿੱਚ ਵੈਰਾਗ ਰੂਪ ਚੰਦਰਮਾ ਚੜੀ ਸ਼ੁਭ ਗੁਣਾ ਰੂਪੀ ਤਾਰੇ ਦੇ ਪਏ ਹਨ। ਆਪ ਪਤੀਜੈ ਗੁਰ ਕੀ ਬੈਣੀ ਤੂੰ ਆਪ ਹੀ ਗੁਰਾਂ ਦੀ ਬਾਣੀ ਦੇ ਉੱਪਰ ਭਤੀਜਾ ਹੈ ਜਾਂ ਆਪ ਹੀ ਜਗਿਆਸੂ ਰੂਪ ਹੋ ਕੇ ਗੁਰੂ ਦੀ ਬਾਣੀ ਵਾਲਾ ਹੈ ਅਤੇ ਆਪ ਹੀ ਤਤ ਬੇਤਾ ਰੂਪ ਹੋ ਕੇ ਗੁਰੂ ਦੀ ਬਾਣੀ ਉੱਪਰ ਭਤੀਜਨ ਵਾਲਾ ਹੈ ਭਾਵ ਭਰੋਸਾ ਵਾਲਾ ਹੈ। ਆਦ ਜੁਗਾਦ ਅਨਾਹਦ ਅਨਦਿਨ ਤੂੰ ਆਜੁਗਾਦ ਸਦਾ ਸਦਾ ਜਾਂ ਦੀ ਆਦ ਵਿੱਚ ਜੁਗਾਦ ਜੁਗਾਂ ਦੀ ਆਦ ਵਿੱਚ ਅਨਾਹਦ ਹੱਦ ਤੋਂ ਰਹਿਤ ਅਨ ਦਿਨ ਰਾਤ ਦਿਨ ਇੱਕ ਰਸ ਹੈ। ਘਟ ਘਟ ਸ਼ਬਦ ਰਜਾਈ ਹੈ ਹੇ ਬ੍ਰਹਮ ਗੜਾਂ ਵਿੱਚ ਤੂੰ ਆਗੇ ਮਾਲਾ ਹੈ। ਇਸੇ ਪ੍ਰਕਾਰ ਆਦ ਜੁਗਾਦ ਅਨਾਹਦ ਅਨਦਿਨ ਸਾਰੇ ਸੰਸਾਰ ਦਾ ਆਦ ਭਾਵ ਆਦਿਸ਼ਨਾ ਰੂਪ ਹੈ ਜੁਗਾਂ ਆਦਿਕਾਂ ਦੇ ਵਿੱਚ ਵੀ ਵਿਆਪਕ ਰੂਪ ਹੈ ਅਤੇ ਅਨਾਹਦ ਇੱਕ ਰਸ ਰੂਪ ਹੈ। ਅਨ ਦਿਨ ਅਵਧੀ ਰਾਤ ਨੂੰ ਮੇਟ ਕੇ ਗਿਆਨ ਰੂਪੀ ਦਿਨ ਚੜਾਉਣ ਵਾਲਾ ਹੈ। ਘਟ ਘਟ ਸ਼ਬਦ ਰਜਾਈ ਹੈ ਬ੍ਰਹਮ ਵਿਆਪਕ ਰੂਪ ਹੈ ਅਤੇ ਘਟਾਂ ਘਟਾਂ ਦੇ ਸਾਰੇ ਜੀਵਨ ਨੂੰ ਆਪਣੀ ਆਗਿਆ ਦੇ ਵਿੱਚ ਲਾਉਣ ਵਾਲਾ ਹੈ। ਆਪੇ ਰਤਨ ਅਨੂਪ ਅਮੁੱਲ ਰਤਨ ਮਾਨਕ ਰੂਪ ਹੈ ਅਨੂਪ ਉਪਮਾ ਤੋਂ ਅਤੇ ਅਮੋਲਕ ਰੂਪ ਹੈ। ਹਰ ਅਮਲਕ ਹੈ ਮੁੱਲ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਤਾਂ ਰਹਿ ਲੋਕ ਵੇਲਾਏ। ਹਰੀ ਜਿਹੜਾ ਹੈ ਉਹ ਮੁੱਲ ਤੋਂ ਰਹਿਤ ਹੈ। ਬਹੁ ਸਰਬ ਸਿਮਰਤੀ ਪੇਖੇ ਢੋ ਪੂਜ ਹਰ ਹਰਿ ਨਾਨਕ ਨਾਮ ਅਮੋ ਹਰ ਨਾਮ ਅਮੋ ਕੋਈ
ਜਿਨ੍ਹਾਂ ਭਾਗ ਮਥਾਏ ਸੇ ਨਾਨਕ ਹਰੰਗ ਮਾਨੰਦੋ, ਉਹਦਾ ਨਾਮ ਵੀ ਅਮੁਲਕ ਹੈ। ਆਪੇ ਪਰਖੇ ਪੂਰਾ ਤੁਲੋ, ਆਪ ਹੀ ਗੁਰੂ ਰੂਪੀ ਕੇ ਨੂੰ ਬਰਨਾ ਹੈ, ਅਤੇ ਪੂਰਨ ਤੁਲ ਵਿਚਾਰ ਵਾਲਾ ਹੈ। ਆਪੇ ਕੈਸਹੀ ਕਾ ਸੰਭਾਲੇ, ਆਪ ਹੀ ਕਿਸ ਤਾਹੀ ਕਸ ਬਖਸ਼ ਲੈਂਦਾ ਹੈ। ਆਪ ਹੀ ਕਿਸ ਦੁੱਖ ਨੂੰ ਭਗਤੀ ਦੀ ਕਸਵੱਟੀ ਲਾ ਕੇ ਬਖਸ਼ਣਾ ਕਰਦਾ ਹੈ। ਆਪੇ ਦੇ ਲੈ ਭਾਈ ਹੈ, ਆਪ ਹੀ ਗੁਰੂ ਸਰੂਪ ਹੋ ਕੇ ਆਤਮਕ ਗਿਆਨ ਦਾ, ਆਪ ਹੀ ਸਰੂਪ ਹੋ ਕੇ ਬਖਸ਼ਿਸ਼ ਲੈਂਦਾ ਹੈ। ਆਪ ਹੀ ਦੇ ਮਨ ਦੇ ਵਿੱਚ ਪਾਉਂਦਾ ਹੈ, ਜਾਂ ਆਪ ਹੀ ਪਦਾਰਥਾਂ ਨੂੰ ਦਿੰਦਾ ਅਤੇ ਹੀ ਵਾਪਸ ਲੈ ਲੈਂਦਾ ਹੈ। ਆਪ ਹੀ ਪ੍ਰਕਾਸ਼ ਰੂਪ ਹੈ। ਆਪੇ ਤਨ ਖਾਇ ਆਪੇ ਸਰ ਬਾਣਾ, ਤੂੰ ਆਪ ਹੀ ਧਨੁਖ ਰੂਪ ਹੈ, ਅਤੇ ਹੀ ਬਾਣਾ ਤੇ ਆਪ ਹੀ ਧਰਮ ਰੂਪੀ ਧਨੁਖ ਹੈ। ਆਪ ਹੀ ਭਗਤੀ ਵਾਲਾ ਹੈ। ਇਸ ਪ੍ਰਕਾਰ ਆਪੇ ਤਨ ਖਾਇ ਆਪੇ ਸਰ ਬਾਣਾ, ਆਪ ਹੀ ਕਾਲ ਹੋ ਕੇ ਸਭ ਦਾ ਭਾਵ ਕਰਨ ਰੂਪ ਤਨਖ ਪਕੜਿਆ ਹੋਇਆ। ਆਪ ਹੀ ਮਿਰਤੂ ਰੂਪ ਤੂੰ ਨਾ ਤੀਰ ਚਲਾਉਣ ਵਾਲਾ ਹੈ। ਇਸੇ ਪ੍ਰਕਾਰ ਆਪੇ ਤਨ ਖਾਇ ਆਪੇ ਸਰ ਬਾਣਾ, ਤੂੰ ਮਨ ਨੂੰ ਸ਼ੁੱਧ ਕਰ ਕੰਨ ਰੂਪੀ ਤਨੁਖ ਹੈ। ਆਪ ਹੀ ਸ੍ਰੇਸ਼ਟ ਤੀਰਾਂ ਵਾਲਾ ਹੈ। ਆਪੇ ਸੁਗੜ ਸਰੂਪ ਸਿਆਣਾ, ਹੀ ਈਸ਼ਵਰ ਹੋ ਕੇ ਇਸ ਘਾੜਤਾ ਨੂੰ ਕੱਢਣ ਵਾਲਾ ਹੈ। ਆਪ ਹੀ ਸੱਚ ਸਰੂਪ ਹੈ। ਆਪ ਹੀ ਵਾਲਾ ਹੈ, ਜਾਂ ਆਪ ਹੀ ਸ਼ੁਭ ਗੁਣਾਂ ਦੀਆਂ ਨੂੰ ਘੜ ਕੇ ਸਰੂਪ ਦੀ ਸਿਆਣਪ ਦੇਣ ਵਾਲਾ ਹੈ। ਕਹਿਤਾ ਭਗਤਾ ਸੁਣਤਾ ਸੋਈ, हे ਪਰਮਾਤਮਾ, ਉਹੀ ਤੂੰ ਆਪ ਹੀ ਹੁਕਮ ਕਹਿਣ ਵਾਲਾ ਅੰਤਰਜਾਮੀ ਹੈ। ਆਪ ਹੀ ਬਖਤਬ ਕਰਨ ਵਾਲਾ ਗੁਰੂ ਰੂਪ ਹੈ, ਅਤੇ ਹੀ ਵਾਲਾ ਰੂਪ ਹੈ। ਆਪੇ ਬਣਤ ਬਣਾਈ ਹੈ, ਦੀ ਬਣਾਵਟ ਤੂੰ ਬਣਾਉਣਾ ਕੀਤੀ ਹੈ। ਪੌਣ ਗੁਰੂ ਪਾਣੀ ਪਿਤ ਜਾਤਾ, ਜਗਤ ਰੂਪ ਬਾਲਕੀ ਦਾ ਹਵਾ ਗੁਰੂ ਹੈ। ਗੁਰੂ ਪਵਨ ਗੁਰੂ ਪਾਣੀ ਬਿਤਾ ਮਾਤਾ ਤਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇ ਖੇਲੇ ਜਗਤ। ਇਉਂ ਭਾਵ ਨੂੰ ਚਲਾਉਣ ਵਾਲੀ ਹਵਾ ਹੈ। ਜਿੰਨਿਆਂ ਦੇ ਸਵਾਸ ਨੇ ਦੇ ਹਵਾ ਹੀ ਚਲਾਉਂਦੀ ਹੈ, ਅਤੇ ਪਾਣੀ ਨੂੰ ਪਿਤਾ ਰੂਪ ਕਰਕੇ ਜਾਤਾ ਜਾਣਿਆ ਗਿਆ ਹੈ। ਉਦਰ ਸੰਜੋਗੀ ਧਰਤੀ ਮਾਤਾ, ਉਧਰ ਪੇਟ ਦੇ ਸੰਜੋਗ ਵਾਲੀ ਧਰਤੀ ਮਾਤਾ ਰੂਪ ਹੈ। ਮਾਤਾ ਤਰਤ ਮਹਤ ਭਾਵ ਅਰਥ ਧਰਤੀ ਦੇ ਵਿੱਚੋਂ ਹੀ ਪ੍ਰਗਟ ਹੁੰਦੇ ਹਨ। ਰੈਨ ਦਿਨ ਸਾਹ ਦੋਇ ਦਾਈ ਦਾਇਆ, ਜੋ ਰਾਤ ਅਤੇ ਦਿਨ ਇਹ ਦੋਵੇਂ ਖਿਡਾਵੀ ਅਤੇ ਖਿਡਾਵੇ ਦੀ ਤਰ੍ਹਾਂ ਹਨ। ਜਗ ਖਿਲਾ ਖਿਲਾਈ ਹੈ, ਇਹ ਦੋਵੇਂ ਨੂੰ ਖਿਡਾ ਰਹੇ ਨੇ ਅਤੇ ਸੰਸਾਰ ਖੇਡ ਰਿਹਾ ਹੈ। ਇਸੇ ਪ੍ਰਕਾਰ ਰੈਣ ਦਿਨ ਸਾ ਦੋਇ ਦਾਈ ਦਾਇਆ, ਜਗ ਖਿਲਾ ਖਿਲਾਈ ਹੈ।
ਪੌਣ ਗੁਰੂ ਪਾਣੀ ਪਿਤ ਜਾਤਾ। ਗੁਰੂ ਸਾਹਿਬ ਜੀ ਪੌਣ ਦੀ ਤਰ੍ਹਾਂ ਨਰਲੇ ਭਗਤੀ ਦੀ ਦੇਣ ਵਾਲੇ ਨੇ। ਗੁਰੂ ਸਾਹਿਬ ਜੀ ਪਾਣੀ ਦੀ ਨਿਆਈ ਪਵਿੱਤਰ ਰੂਪ ਹਨ। ਜਿਵੇਂ ਪਾਣੀ ਤੋਂ ਉਤਪਤ ਹੁੰਦੀ ਹੈ, ਇਹ ਗੁਰੂ ਦੇ ਉਪਦੇਸ਼ ਦੁਆਰਾ ਗੁਰਸਿੱਖੀ ਪੈਦਾ ਹੁੰਦੀ ਹੈ। ਗੁਰੂ ਸਾਹਿਬ ਜੀ ਪਿਤਾ ਦੁਆਰਾ ਸੋ ਜਿਸ ਦੁਆਰਾ ਗਿਆਨ ਪੁੱਤਰ ਹੁੰਦਾ ਹੈ ਅਤੇ ਮਹਾਰਾਜ ਕਥਨ ਕਰਦੇ ਹਨ। ਉਦਰ ਸੰਜੋਗੀ ਧਰਤੀ ਮਾਤਾ। ਮਾਤਾ ਦੀ ਤਰ੍ਹਾਂ ਗੁਰੂ ਸਾਹਿਬ ਜੀ ਹੋਈ ਉਦਰ ਭਾਵ ਹਿਰਦੇ ਦੇ ਅੰਦਰ ਬ੍ਰਹਮ ਗਿਆਨ ਦਾ ਸੰਯੋਗ ਦੇਣ ਵਾਲੇ ਹਨ ਅਤੇ ਧਰਤੀ ਦੀ ਤਰ੍ਹਾਂ ਖਿਮਾ ਕਰਨ ਵਾਲੇ ਹਨ। ਰੈਣ ਦਿਨ ਸੰਦੋਇ ਦਾਈ ਦਾਇਆ। ਸਤਿਗੁਰੂ ਮਹਾਰਾਜ ਰਾਤ ਦੀ ਤਰ੍ਹਾਂ ਨੇ। ਜਿਵੇਂ ਇੱਕ ਪੁੰਨੀ ਅਤੇ ਇੱਕ ਮਸਤੀ ਰਾਤ ਹੁੰਦੀ ਹੈ। ਪੁੰਨੀਆਂ ਦੀ ਰਾਤ ਨੂੰ ਆਕਾਸ਼ ਵਿੱਚ ਚੰਦਰਮਾ ਪੂਰਾ ਹੁੰਦਾ ਹੈ ਅਤੇ ਤਾਰੇ ਚਮਕਦੇ ਹੁੰਦੇ। ਇਸ ਪ੍ਰਕਾਰ ਗੁਰੂ ਜੀ ਜਨਾਂ ਦੇ ਰੂਪ ਆਕਾਸ਼ ਵਿੱਚ ਵੈ ਰਾਤ ਚੰਦਰਮਾ ਚੜਾਉਣ ਵਾਲੇ ਅਤੇ ਗੁਣਾ ਰੂਪ ਤਾਰੇ ਚਮਕਾਉਣ ਵਾਲੇ ਹਨ। ਤੇ ਦੂਜੀ ਮੱਸਿਆ ਦੀ ਰਾਤ ਹੁੰਦੀ ਹੈ। ਇਹ ਗੁਰੂ ਸਭ ਕਲਪਨਾ ਨੂੰ ਮੇਟ ਕੇ ਜਗੀ ਦੀ ਨਿਰਵਿਕਾਰ ਲਗਾਉਣ ਵਾਲੇ ਨੇ। ਰਾਹ ਦੇਸ ਪੈਂਦੇ ਨੇ। ਇਉਂ ਗੁਰੂ ਜੀ ਗਿਆਨ ਦਾ ਦਿਨ ਚਾੜ ਕੇ ਸਭ ਸ਼ਾਸਤਰਾਂ ਦੇ ਅੰਦਰੂਪ ਰਾਹ ਦਿਖਾ ਦਿੰਦੇ ਹਨ। ਤੇ ਦਾਈ ਦਾ ਗੁਰੂ ਜੀ ਦੀ ਸ਼ਰਨ ਵਿੱਚ ਪੈਣ ਕਰਕੇ ਰੋਕਣ ਦਾ ਆਇਆ ਦਾ ਆ ਜਾਂਦਾ ਹੈ। ਜਿਵੇਂ ਭਲਵਾਨ ਦਾਲ ਦੂਜੀ ਖਾ ਲੈਂਦੇ ਹਨ, ਇਉਂ ਅਵਧੀ ਗੁਰਮੁਖ ਮੇਟ ਦਿੰਦੇ ਨੇ ਗੁਰੂ ਜੀ ਦੇ ਉਪਦੇਸ਼ ਦੇ ਨਾਲ। ਖੇਲਾ ਖੇਲਾਈ ਹੈ। ਗੁਰੂ ਜੀ ਇਸ ਖੇਲ ਜਗਤ ਤਮਾਸ਼ੇ ਨੂੰ ਖਿਲਰ ਮਿੱਥਿਆ ਕਰਵਾ ਦਿੰਦੇ ਹਨ। ਆਪੇ ਮਛਲੀ ਆਪੇ ਜਲ। हे परमेश्वर अच्छी रूप है ਅਤੇ ਆਪ ਹੀ ਜਾਤ ਹੈ। ਇਸ ਪ੍ਰਕਾਰ ਆਪੇ ਮਛਲੀ ਆਪੇ ਜਲ। ਆਪ ਹੀ ਤੋਂ ਜੀਵ ਰੂਪ ਮੱਛੀ ਹੈ ਅਤੇ ਆਪ ਹੀ ਕਾਲ ਰੂਪ ਹੈ। ਇਸੇ ਪ੍ਰਕਾਰ ਆਪੇ ਮਛਲੀ ਆਪੇ ਜਲ। ਤ੍ਰਿਸ਼ਨਾਲੂ ਜੀਵ ਮੱਛੀ ਦੀ ਤਰ੍ਹਾਂ ਨੇ। ਆਪ ਹੀ ਤੂੰ ਤ੍ਰਿਸ਼ਨਾਲੂ ਹੋਇਆ, ਉਹਨਾਂ ਨੂੰ ਮੋਹ ਰੂਪੀ ਤੂੰ ਪਾਇਆ ਹੋਇਆ ਹੈ। ਆਪ ਹੀ ਜਾਲ ਰੂਪ ਹੋਇਆ ਹੈ। ਇਸੇ ਪ੍ਰਕਾਰ ਆਪੇ ਮਛਲੀ ਆਪੇ ਜਲ। ਤੂੰ ਜਗਿਆ ਮੱਛੀ ਹੈ ਅਤੇ ਹੀ ਪ੍ਰੇਮ ਰੂਪ ਜਾ ਕੇ ਆਪਣੇ ਵੱਲ ਖਿੱਚਣਾ ਕਰਦਾ ਹੈ। ਆਪੇ ਗਊ ਆਪੇ ਰਖਵਾਲਾ। ਤੂੰ ਆਪੀ ਗਾਂ ਰੂਪ ਹੈ ਅਤੇ ਉਹਨਾਂ ਗਾਵਾਂ ਦੀ ਰੱਖਿਆ ਕਰਨ ਵਾਲਾ ਹੈ। ਇਸ ਪ੍ਰਕਾਰ ਆਪੇ ਗਊ ਆਪੇ ਰਖਵਾਲਾ। ਆਪੇ ਧਰਤੀ ਰੂਪ ਤੋਂ ਗਊ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਰੂਪ ਹੋ ਕੇ ਹੈ। ਇਸੇ ਪ੍ਰਕਾਰ ਆਪੇ ਗਊ ਆਪੇ ਰਖਵਾਲਾ। ਤੂੰ ਆਪ ਹੀ ਇੰਦਰੀਆਂ ਬਿਰਤੀ ਰੂਪ ਗਊ ਹੈ ਅਤੇ ਉਹਨਾਂ ਦਾ ਰਖਵਾਲਾ ਸਾਖੀ ਚੇਤਨ ਰੂਪ ਹੈ। ਸਰਬ ਜੀਆਂ ਜਗ ਜੋਤ ਤੁਮਾਰੀ। ਸਾਰੇ ਜੀਵਾਂ ਅਤੇ ਤੇਰੀ ਹੀ ਚੇਤਨ ਸਤਾ ਰੂਪ ਜੋਤ ਫੈਲੀ ਹੋਈ ਹੈ। ਜੈਸੇ ਪ੍ਰਭ ਫਰਮਾਈ ਹੈ।
ਜਿਹੋ ਜਿਹੀ ਤੁਸੀਂ ਆਗਿਆ ਫਰਮਾਉਣਾ ਕੀਤੀ ਹੈ ਸਭ ਜੀਵ ਉਹੀ ਕਰਦੇ ਹਨ। ਆਪੇ ਜੋਗੀ ਆਪੇ ਭੋਗੀ। ਸੋ ਹੇ ਪਰਮੇਸ਼ਰ ਤੂੰ ਆਪ ਹੀ ਜੋਗਾ ਅਭਿਆਸੀ ਅਤੇ ਇਹ ਪਦਾਰਥਾਂ ਦੇ ਭੋਗਣ ਵਾਲਾ ਭੋਗੀ ਹੋ ਰਿਹਾ ਹੈ। ਇਸੇ ਪ੍ਰਕਾਰ ਆਪੇ ਜੋਗੀ ਆਪੇ ਭੋਗੀ। ਤੂੰ ਆਪ ਹੀ ਆਪਣੇ ਸਰੂਪ ਦੇ ਵਿੱਚ ਬਿਰਤੀ ਜੋਗੀ ਜੋੜ ਰਿਹਾ ਹੈ ਅਤੇ ਬ੍ਰਹਮਵੇਤਾ ਰੂਪ ਹੋ ਕੇ ਆਤਮਕ ਆਨੰਦ ਨੂੰ ਭੋਗਣ ਵਾਲਾ ਹੋ ਰਿਹਾ ਹੈ। ਆਪੇ ਰਸੀਆ ਪਰਮ ਸੰਜੋਗੀ। ਸੋ ਤੂੰ ਆਪ ਹੀ ਰੂਪ ਹੋ ਕੇ ਨਾਮ ਦਾ ਰਸ ਲੈਣ ਵਾਲਾ ਪ੍ਰੇਮੀ ਹੈ। ਗੁਰੂ ਰੂਪ ਹੋ ਕੇ ਵੱਡੇ ਕਰਮਾਂ ਦੁਆਰਾ ਆਪਣੇ ਪ੍ਰਾਪਤੀ ਕਰਾਉਣ ਵਾਲਾ ਹੈ। ਆਪੇ ਵੇ ਬਾਣੀ ਨਿਰੰਕਾਰੀ। ਸੋ ਹੇ ਪ੍ਰਮਾਤਮਾ ਤੂੰ ਆਪ ਹੀ ਦਵੈਤ ਦੀ ਬਾਣੀ ਦੀ ਪਹੁੰਚ ਤੋਂ ਰਹਿਤ ਹੈ, ਬੋਲਣ ਤੋਂ ਰਹਿਤ ਹੈ ਜਾਂ ਸਾਰ ਉਜਾੜ ਨੂੰ ਰਚਣ ਵਾਲਾ ਹੈ ਅਤੇ ਇਹ ਮਾਇਕੀ ਤੋਂ ਰਹਿਤ ਹੈ। ਨਿਰਭਉ ਤਾੜੀ ਲਾਈ ਹੈ। ਅਤੇ ਤੂੰ ਆਪ ਹੀ ਆਪਣੀ ਰਹਿਤ ਦੇ ਵਿੱਚ ਲਾਈ ਹੋਈ ਹੈ ਜਾਂ ਆਪ ਹੀ ਨਿਰਭਉ ਸਰੂਪ ਹੈ। ਬ੍ਰਹਮਿਆ ਨੇ ਤੇਰੇ ਦੇ ਵਿੱਚ ਸਮਾਧੀ ਲਾਈ ਹੋਈ ਹੈ। ਖਾਣੀ ਬਾਣੀ ਤੁਝੈ ਸਮਾਣੀ। ਅੰਡਜ ਜੀਰਜ ਤੁਬਜ ਰੂਪ ਖਾਣੀ ਹੈ ਅਤੇ ਮਧਮਾ ਪਸੰਤੀ ਅਤੇ ਬਾਣੀ ਰੂਪੇ ਤੂੰ ਆਪ ਹੀ ਹੈ। ਜੋ ਦਿਸੈ ਸਭ ਆਵਣ ਜਾਣੀ। ਤੇਰੇ ਦੇ ਵਿੱਚ ਹੀ ਜਿੰਨੀਆਂ ਵੀ ਖਾਣੀਆਂ ਦੇ ਬਾਣੀਆਂ ਉਹ ਜਾਂਦੀਆਂ ਨੇ। ਤੇਰੇ ਦੇ ਵਿੱਚ ਭਗਤਾਂ ਦੀ ਬਿਰਤੀ ਹੋਈ ਹੈ। ਜੋ ਕੁਝ ਵੀ ਦੇ ਵਿੱਚ ਦੇਸ਼ ਇਹ ਆਉਣ ਜਾਣ ਵਾਲਾ ਹੀ ਹੈ। ਜੇ ਸ੍ਰਿਸ਼ਟੀ ਜਨਮ ਧਾਰ ਕੇ ਆਈ ਹੈ ਤੇ ਅੰਤ ਨੂੰ ਮਰ ਕੇ ਚਲੀ ਜਾਣੀ ਹੈ। ਸੇ ਸਾਹ ਸੱਚੇ ਵਪਾਰੀ। ਉਹੀ ਅਤੇ ਇਸ ਨਾਮ ਦੇ ਵਪਾਰ ਕਰਨ ਵਾਲੇ ਵਪਾਰੀ ਹਨ। ਸਤਿਗੁਰ ਬੂਝ ਬੁਝਾਈ ਹੈ। ਜਿਨ੍ਹਾਂ ਨੂੰ ਮਹਾਰਾਜ ਜੀ ਨੇ ਤੇਰੇ ਪ੍ਰਾਪਤੀ ਵਾਲੀ ਸਿੱਖਿਆ ਸਮਝਾ ਦਿੱਤੀ ਹੈ। ਸ਼ਬਦ ਬਜਾਏ ਸਤਿਗੁਰ ਪੂਰਾ। ਹੇ ਪ੍ਰਮਾਤਮਾ ਪੂਰਨ ਸਾਹਿਬ ਜੀ ਆਪਣੀ ਉਪਦੇਸ਼ ਕਰ ਤੇਰੇ ਸਰੂਪ ਨੂੰ ਸਮਝਾਉਂਦੇ ਹਨ। ਸਰਬ ਕਲ ਸਾਚੇ ਭਰਪੂਰਾ। ਆਤਮਾ ਤੂੰ ਸਾਈ ਵਿਆਪਕ ਹੋ ਰਿਹਾ ਹੈ ਅਤੇ ਸ਼ਕਤੀਆਂ ਦਾ ਮਾਲਕ ਹੈ ਜਾਂ ਸ਼ਕਤੀਆਂ ਕਰਕੇ ਲਾਭ ਭਰਿਆ ਹੋਇਆ ਹੈ। ਅਫਰਿਓ ਬੇਪਰਵਾਹੁ ਸਦਾ ਤੂੰ। ਤੂੰ ਸ਼ਕਤੀ ਬਿਰਤੀ ਕਰਕੇ ਅਫਰਿਓ ਫੜਨ ਤੋਂ ਰਹਿਤ, ਬੇਪਰਵਾਹੁ ਇੱਛਾ ਤੋਂ ਰਹਿਤ, ਸਦਾ ਹਮੇਸ਼ਾ ਰਹਿਣ ਵਾਲਾ ਸਰੂਪ ਹੈ। ਨਾ ਤਿਸ ਤਿਲ ਨਾ ਤਮਾਈ ਹੈ। ਤੈਨੂੰ ਰੰਜਕ ਮਾਤਰ ਤੇ ਤ੍ਰਿਸ਼ਨਾ ਵੀ ਨਹੀਂ ਹੈ ਅਤੇ ਨਾ ਹੀ ਤੁਮਾਈ ਤਮਾ ਖੁਆਇਸ਼ ਹੈ। ਕਾਲ ਬਿਕਾਲ ਭਏ ਦੇਵਾਨੇ। ਉਹਨਾਂ ਦਾ ਕਾਲ ਦਾ ਸਮਾਂ ਅਤੇ ਵਿਕਾਲ ਦਾ ਸਮਾਂ ਦੋਵੇਂ ਸ਼ੁਦਾਈ ਹੋ ਗਏ, ਪਾਪ ਮਰ ਚੁੱਕੇ ਹਨ। ਸ਼ਬਦ ਸਹਿਜ ਰਸ ਅੰਤਰ ਮਾਨੇ। ਜਿਹੜੇ ਸਾਧਕ ਹੀ ਗੁਰੂ ਉਪਦੇਸ਼ ਨਾਮ ਦੇ ਰਸ ਨੂੰ ਆਪਣੇ ਹਿਰਦੇ ਦੇ ਅੰਦਰ ਮਾਣਦੇ ਹਨ।
ਆਪੇ ਮੁਕਤ ਤ੍ਰਿਪਤ ਵਰਦਾਤਾ। हे ਪ੍ਰਮਾਤਮਾ, ਤੂੰ ਆਪ ਹੀ ਮੁਕਤੀ ਦੇ ਦੇਣ ਵਾਲਾ, ਤ੍ਰਿਪਤੀ ਕਰ ਜਾਂ ਤ੍ਰਿਪਤ ਸਰੂਪ ਅਤੇ ਗਿਆਨ ਨਾਮ ਰੂਪ ਵਰਾਂ ਦੇ ਦੇਣ ਵਾਲਾ ਦਾਤਾ ਹੈ। ਭਗਤ ਪਾਏ ਮਨ ਭਾਈ ਹੈ। ਇਸ ਕੇ ਮੇਰੇ ਹਿਰਦੇ ਵਿੱਚ ਤੇਰੀ ਪ੍ਰੇਮ ਭਗਤੀ ਚੰਗੀ ਲੱਗੀ ਹੈ। ਆਪ ਨਿਰਾਲਮ ਗੁਰ ਗਮ ਗਿਆਨਾ। ਗਮਤਾ ਵਾਲੇ ਗੁਰੂ ਜੀ ਦੁਆਰਾ ਇਹ ਨਿਸ਼ਚੈ ਹੁੰਦਾ ਹੈ ਕਿ हे ਪ੍ਰਮਾਤਮਾ, ਤੂੰ ਆਪੇ ਤੇਰੇ ਤੋਂ ਅਸੰਗ ਰਹਿੰਦਾ ਹੈ ਅਤੇ ਜੋ ਦੀਸਾ ਤੁਝ ਮਹਿ ਸਮਾਨਾ। ਜੋ ਕੁਝ ਵੀ ਦਿਸਦਾ ਹੈ ਉਹ ਸਭ ਕੁਝ ਤੇਰੇ ਵਿੱਚ ਹੀ ਸਮਾ ਜਾਂਦਾ ਹੈ। ਨਾਨਕ ਨੀਚ ਭੀਖਿਆ ਦਰ ਜਾਚੈ। ਪੱਬੇ ਨੂੰ ਹੋਣ ਕਰਕੇ ਭਿਖਿਆ ਪਾਠ ਦਾ ਉਚਾਰਨ ਬਣੇਗਾ। ਸਤਿਗੁਰੂ ਜੀ ਨੀਚ ਨਿਮਰਤਾ ਦੇ ਸਹਿਤ ਕਥਨ ਕਰਦੇ ਨੇ ਕਿ हे ਪ੍ਰਮਾਤਮਾ, ਮੈਂ ਤੇਰੇ ਰੂਪੀ ਦਰ ਵਿੱਚ ਸਥਿਤ ਹੋ ਕੇ ਭਿਖਿਆ ਜਾਚੈ, ਤੇਰੇ ਸੰਗਤ ਰੂਪ ਦੁਆਰੇ ਇਹ ਭਿਖਿਆ ਦਾਤ ਮੰਗਦਾ ਹਾਂ ਕਿ ਮੈਨੂੰ ਕਿਰਪਾ ਕਰ। ਮੈਂ ਦੀਜੈ ਨਾਮ ਵਡਾਈ ਹੈ। ਮੈਨੂੰ ਆਪਣੇ ਨਾਮ ਦੇ ਜਪਣ ਜਪਾਉ ਰੂਪ ਵਡਿਆਈ ਮਹਿਮਾ ਦੇਣਾ ਕਰੋ ਜੀ। ਜਾਚਕ ਜਨ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ। ਮਾਰੂ ਮਹੱਲਾ ਪਹਿਲਾ। ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਰੂਪ ਕਰਕੇ ਦੇ ਰੂਪ ਦਾ ਚਿੰਤਨ ਕਰਦੇ ਨੇ। ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਦੂਸਰਾ ਸ਼ਬਦ ਉਚਾਰ ਰਹੇ ਨੇ। ਆਪੇ ਧਰਤੀ ਧੌਲ ਆਕਾਸ਼ੰ। हे ਪ੍ਰਮਾਤਮਾ, ਤੂੰ ਆਪ ਹੀ ਪ੍ਰਿਥਵੀ ਅਤੇ ਆਕਾਸ਼ ਰੂਪ ਹੈ, ਜਾਂ ਤੂੰ ਆਸਰੇ ਹੀ ਧਰਤੀ ਰੱਖੀ ਹੈ। ਆਪ ਦੇ ਧਰਤੀ ਧੌਲਾ ਬੈ ਅਤੇ ਆਦਿਕ ਲੋਕ ਰੱਖੇ ਹੋਏ ਨੇ, ਜਾਂ ਆਪ ਹੀ ਭੂਮਾਰੂ ਬ੍ਰਹਮ ਹੈ। ਆਪ ਹੀ ਧੌਲ ਉਜਲ ਸਰੂਪ ਹੈ ਅਤੇ ਆਕਾਸ਼ ਦੀ ਤਰ੍ਹਾਂ ਨਿਰਲੇਪ ਵਿਆਪਕ ਸਰੂਪ ਹੈ। ਇਸੇ ਪ੍ਰਕਾਰ ਆਪੇ ਧਰਤੀ ਧੌਲ ਆਕਾਸ਼ੰ। ਜਿਸ ਆਪਣੀ ਬੁੱਧ ਰੂਪ ਧਰਤੀ ਅੰਦਰ ਉਜਲ ਨਿਸ਼ਕਾਮ ਕਰਮ ਧਾਰਨ ਕੀਤੇ, ਉਹਦੇ ਹਿਰਦੇ ਅੰਦਰ ਚਿਦਾਕਾਸ਼ ਦਾ ਪ੍ਰਕਾਸ਼ ਹੋਇਆ ਹੈ। ਆਪੇ ਸਾਚੇ ਗੁਣ ਪ੍ਰਕਾਸ਼ੰ। हे ਸੱਚੇ ਪਰਮੇਸ਼ਰ, ਤੂੰ ਆਪ ਹੀ ਜਿਨ੍ਹਾਂ ਦੇ ਹਿਰਦੇ ਅੰਦਰ ਸਤ ਸੁਖ ਆਦਿ ਗੁਣਾਂ ਦਾ ਕਰਨ ਵਾਲਾ ਹੈ, ਜਾਂ ਇਸ ਪ੍ਰਕਾਰ ਆਪੇ ਧਰਤੀ ਧੌਲ ਆਕਾਸ਼ੰ। ਆਪ ਹੀ ਧਰਤੀ ਵਿੱਚ ਖਿਮਾ, ਧੌਲੇ ਵਿੱਚ ਉਜਲਤਾ ਅਤੇ ਨਿਸ਼ਕਾਮਤਾ ਤੇ ਆਕਾਸ਼ ਵਿੱਚ ਨਿਰਖੋਭਤਾ ਆਦਿਕ ਗੁਣਾਂ ਦਾ ਪ੍ਰਕਾਸ਼ ਕਰਨ ਵਾਲਾ ਹੈ। ਆਪੇ ਸਾਚੇ ਗੁਣ ਪ੍ਰਗਾਸੰ। ਗਿਆਨ ਆਦਿਕ हे ਸੱਚੇ ਪ੍ਰਮਾਤਮਾ, ਇਹ ਸੰਦੋਖ ਆਦਿ ਗੁਣਾਂ ਦਾ ਤੂੰ ਪ੍ਰਕਾਸ਼ ਕਰਨੇ ਵਾਲਾ ਹੈ। ਜਾਤੀ ਸਤੀ ਸੰਤੋਖੀ ਆਪੇ। ਆਪ ਹੀ ਜਾਤ ਰੱਖਣ ਵਾਲਾ ਜਾਤੀ ਹੈ, ਆਦਿ ਸੰਤੋਖ ਦੇ ਰਹਿਣ ਵਾਲਾ ਹੈ। ਨੇ ਗੋਰਖ ਦੱਤਾਤ੍ਰੇਯ ਭੈਰੋਂ ਭੀਸ਼ਮ ਪਿਤਾਮਾ ਲਛਮਣ ਦੇ ਹਨੂਮਾਨ ਇਹਦੇ ਅੰਦਰ ਜਪ ਹੋ ਕੇ ਪ੍ਰਿਥੂ ਤਗੀਆਂ ਵਿੱਚ ਸਤ ਰੂਪ ਹੋ ਕੇ ਬਿਰਾਜ ਰਹੀਆਂ ਅਤੇ ਚੁਣਕ ਲਿਖੀ ਆਦਿਕ ਧਾਰੀਆਂ ਵਿੱਚ ਸੰਤੋਖ ਰੂਪ ਹੋ ਕੇ ਹੋ ਰਹੀਆਂ। ਆਪੇ ਕਾਰ ਕਮਾਈ ਹੈ। ਖਾਦਕ ਦੀ ਕਾਰ ਕਮਾਉਣਾ ਕੀਤੀ ਹੈ, ਜਾਂ ਆਪ ਹੀ ਪ੍ਰੇਮ ਭਗਤੀ ਦੀ ਕਾਰ ਕਮਾਉਣਾ ਕੀਤੀ ਹੈ। ਜਿਸ ਕਰਣਾ ਸੋ ਕਰ ਕਰ ਵੇਖੈ। ਜਿਸ ਜਗਤ ਪੈਦਾ
ਉਹ ਰਚ ਕੇ ਪਾਲਣਾ ਕਰਕੇ ਵੇਖਣਾ ਕਰਦਾ ਹੈ, ਜਾਂ ਜਿਸ ਉੱਪਰ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਹੈ ਉਹ ਗਿਆਨ ਕਰਕੇ ਪ੍ਰਮਾਣਗਤ ਸੰਸਾਰ ਵਿਰਤ ਕਰਦਾ, ਫਿਰ ਮੰਨਣ ਗਿਆਨ ਕਰਕੇ ਪਰਮੇਗਤ ਸੰਸੇ ਨੂੰ ਨਾਸ਼ ਕਰਦਾ, ਫਿਰ ਨਿਧੀ ਕਰਕੇ ਵਿਵਰਜੇ ਬੁੱਧੀ ਦਾ ਨਾਸ਼ ਕਰਦਾ ਹੈ, ਫਿਰ ਤਤਵੰਗ ਦਾ ਸ਼ੋਧਨ ਕਰਕੇ ਜੀਵ ਈਸ਼ ਦੀ ਏਕਤਾ ਕਰਕੇ ਆਪਣੇ ਨੂੰ ਵੇਖ ਲੈਂਦਾ ਹੈ। ਜਿਵੇਂ ਹੱਥ ਤੇ ਕਰ ਹੱਥ ਧਰ ਕੇ ਨੇੜੇ ਵੇਖ ਲਈਦਾ, ਇਉਂ ਆਪਣੀ ਆਤਮਾ ਨੂੰ ਨੇੜੇ ਕੇ ਉਹ ਵੇਖਦਾ ਹੈ। ਕੋਈ ਨਾ ਮਿਟੈ ਸਾਚੇ ਲਿਖੈ, ਪਰਮੇਸ਼ਰ ਦੇ ਲਿਖੇ ਹੋਏ ਕਿਤਾਬ ਨੂੰ ਕੋਈ ਨਹੀਂ ਮੇਟ ਸਕਦਾ। ਜੋ ਇਹਨੂੰ ਲਿਖ ਲੈਂਦੇ ਨੇ ਉਹਨਾਂ ਦੇ ਅੰਦ ਨੂੰ ਕੋਈ ਵੀ ਨਹੀਂ ਮੇਟ ਸਕਦਾ। ਆਪੇ ਕਰੇ ਕਰਾਈ ਆਪੇ, ਪਰਮੇਸ਼ਰ ਆਪ ਹੀ ਸੰਸਾਰ ਨੂੰ ਪੈਦਾ ਕਰਦਾ ਅਤੇ ਬ੍ਰਹਮਾ ਆਦਿਕਾਂ ਨੂੰ ਪ੍ਰੇਰ ਕੇ ਕਰਾਉਂਦਾ ਹੈ। ਆਪੇ ਦੇ ਵਡਿਆਈ ਹੈ, ਆਪ ਹੀ ਬ੍ਰਹਮੇਤਿਆਂ ਦੇ ਤਾਈਂ ਆਪਣੀ ਦੀ ਸਤਤਾ ਪ੍ਰੇਮ ਭਗਤੀ ਦੀ ਵਡਿਆਈ ਦੇਣਾ ਕਰਦਾ ਹੈ। ਪੰਚ ਚੋਰ ਚੰਚਲ ਚਿਤ ਚਾਲਾ ਹੈ, ਇਹ ਸਤਿਗੁਰੂ ਜੀ ਜੇਕਰ ਜੋਤੀ ਸਰੂਪ ਆਪ ਹੀ ਅੰਦਰ ਵਿਰਾਜਮਾਨ ਹੋ ਰਹੇ ਤਾਂ ਫਿਰ ਸਾਰੇ ਉਸ ਨੂੰ ਪਹਿਚਾਣ ਕਿਉਂ ਨਹੀਂ? ਤਾਂ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਪੰਜ ਕਾਮ ਗੁਰੂ ਲੋਭ ਮੋਹ ਹੰਕਾਰ ਰੂਪੀ ਚੋਰ ਨੇ, ਇਹ ਮਨ ਨੂੰ ਚੰਚਲ ਕਰਕੇ ਪਦਾਰਥ ਭੋਗਾਂ ਵੱਲ ਚਲਾਈ ਕਰਦੇ ਨੇ, ਰੱਬ ਦੇ ਵੱਲ ਆਉਣ ਹੀ ਨਹੀਂ ਦਿੰਦੇ, ਨੂੰ ਚੰਚਲ ਚਲਾਉਂਦੇ ਹਨ। ਇਹ ਜਿਹੜਾ ਜੀਵ ਹੈ ਪਰ ਕਰ ਜੋ ਹੈ ਘਰ ਨਹੀਂ ਭਲ ਹੈ, ਮੰਦ ਵਾਸ਼ਨਾ ਕਰਕੇ ਕਈ ਗੱਲਾਂ ਵੱਲ ਤੱਕਦੇ ਨੇ, ਪਰਾਏ ਦੇਵੀ ਦੇਵਤਿਆਂ ਦੇ ਘਰਾਂ ਨੂੰ ਤੱਕਦੇ ਨੇ, ਪਰ ਸਤਸੰਗਤ ਸਰੂਪ ਰੂਪੀ ਹਿਰਦੇ ਰੂਪ ਘਰ ਨੂੰ ਲੱਭਦੇ ਨਹੀਂ ਹਨ। ਕਾਇਆ ਨਗਰ ਟਹ ਟਹ ਟੇਰੀ, ਇਸ ਸਰੀਰ ਰੂਪੀ ਸ਼ਹਿਰ ਨੇ ਨਾਸ਼ ਹੋ ਜਾਣਾ ਹੈ ਤੇ ਅੰਤ ਨੂੰ ਮਿੱਟੀ ਖਾਕ ਦੀ ਢੇਰੀ ਹੋ ਜਾਣਾ ਹੈ। ਇਸ ਰੂਪ ਨਗਰ ਦੀ ਪਹਿਲਾਂ ਨੀਵੀਂ ਢਹਿ ਗਈ ਹੈ ਤੇ ਅੰਤ ਨੂੰ ਬਿਰਧ ਅਵਸਥਾ ਵੀ ਢੇਰੀ ਹੋ ਜਾਵੇਗੀ। ਇਹ ਜਿਹੜੀ ਕਾਇਆ ਬੁੱਧੀ ਰੂਪ ਨਗਰੀ ਅੰਦਰ ਢਾਉਣ ਵਾਲੇ ਕਾਮ ਕ੍ਰੋਧ ਆਦਿਕ ਵਿਕਾਰਾਂ ਕਰਕੇ ਇਹ ਜਿਹੜਾ ਜੀਵ ਹੈ ਇਹ ਢਹਿ ਜਾਂਦਾ ਹੈ ਤੇ ਅੰਤ ਨੂੰ ਖਾਕ ਦੀ ਢੇਰੀ ਹੋ ਜਾਂਦਾ ਹੈ। ਬਿਨ ਸ਼ਬਦ ਪਤ ਜਾਈ ਹੈ, ਗੁਰੂ ਸਾਹਿਬ ਜੀ ਦੇ ਦੇਸ਼ ਦੀ ਕਮਾਈ ਤੋਂ ਬਿਨਾਂ ਜੀਵ ਦੀ ਇੱਜ਼ਤ ਚੱਲਦੀ ਹੈ। ਗੁਰ ਤੇ ਬੂਝੈ ਤ੍ਰਿ ਭਵਨ ਸੂਝੈ, ਜੇਕਰ ਗੁਰੂ ਸਾਹਿਬ ਜੀ ਤੋਂ ਤਾਂ ਉਸ ਨੂੰ ਤਿੰਨੇ ਲੋਕਾਂ ਜਾਂ ਜਗਤ ਸੁਪਨ ਸੁਖੋਬਤ ਤਿੰਨੇ ਅਵਸਥਾਵਾਂ ਦਾ ਸਾਖੀ ਬ੍ਰਹਮ ਚੇਤਨ ਦਿਸਦਾ ਹੈ। ਮਨਸਾ ਮਾਰ ਮਨੈ ਸਿਉ ਲੂਝੈ, ਤੇ ਲੋਕ ਈਖਣਾ ਤੀਨੀ ਇਹ ਮਨਸਾ ਵਾਸ਼ਨਾਵਾਂ ਮਾਰ ਕੇ ਮਨ ਸਿਓ ਜੂਝ ਮਰੇ ਪ੍ਰ ਪਾਏ, ਮਨ ਦੇ ਨਾਲ ਝਗੜਦਾ ਹੈ। ਭਾਵ ਕਿਸੇ ਨਾਲ ਲੜਾਈ ਦੇ ਬਜਾਏ ਆਪਦੇ ਮਨ ਨਾਲ ਝਗੜਾ ਕਰੋ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਮਨ ਹੀ ਮੰਝ ਸਮਾਏ। ਇਹਨੂੰ ਝਗੜਾ ਕੁੱਟ ਮਾਰ ਕੇ ਚੰਗੀ ਇਹਦੀ ਦੰਬੜ ਲਾ ਕੇ ਇਹਨੂੰ ਸਮਝਾਓ ਵੀ ਤੂੰ ਪੁੱਠੇ ਕੰਮ ਕਿਉਂ ਕਰਦਾ, ਬਈ ਬੁਰੀਆਂ ਸੋਚਾਂ ਕਿਉਂ ਸੋਚਦਾ ਹੈ, ਤੂੰ ਰੱਬ ਦਾ ਨਾਮ ਕਿਉਂ ਨਹੀਂ ਜਪਦਾ, ਮਨ ਤੂੰ ਜੋਤ ਹੈ, ਤੂੰ ਜੋਤੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਆਪਦੇ ਅਸਲੇ ਨੂੰ ਕਿਉਂ ਨਹੀਂ ਪਹਿਚਾਣਦਾ। ਤੋ ਇਸ ਤਰ੍ਹਾਂ ਆਪਦੇ ਮਨ ਦੇ ਨਾਲ ਹੀ ਗੁਰਮੁਖ ਝਗੜਾ ਕਰਦੇ ਹਨ। ਕਈ ਵਾਰ ਆਪਾਂ ਪਰੇਸ਼ਾਨ ਹੋ ਜਾਂਦੇ ਹਾਂ ਕਿ ਮਨ ਨਹੀਂ ਟਿਕਦਾ। ਮਨ ਟਿਕੇ ਕਿਵੇਂ? ਕਿਉਂਕਿ ਪਤਾ ਨਹੀਂ ਕਈ ਜਨਮਾਂ ਤੋਂ ਕੰਮ ਕਰਦਾ ਆਇਆ ਹੈ, ਉਸ ਪਾਸੇ ਨੂੰ ਦੌੜਦਾ ਹੈ
ਜਦੋਂ ਭੂਤ ਕੱਢੀਏ ਤੇ ਭੂਤ ਨਿਕਲਦਾ ਨਹੀਂ, ਉਹ ਤੰਗ ਕਰਦਾ, ਦੁਖੀ ਕਰਦਾ, ਬਾਰ-ਬਾਰ ਫਿਰ ਝਵੀਆਂ ਲੈ ਆਉਂਦਾ, ਮਾਰ ਕੁੱਟ ਕੇ ਜ਼ਬਰਦਸਤੀ ਉਹਨੂੰ ਭਜਾਉਣਾ ਪੈਂਦਾ ਹੈ। ਇਹ ਮਨ ਭੂਤ ਨਾਲ ਬਣਿਆ ਪਿਆ ਹੈ, ਚੰਗੇ ਪਾਸੇ ਕਿਵੇਂ ਲੱਗੇਗਾ? ਇਹਨੂੰ ਝਗੜਾ ਕਰਕੇ ਲਾਉਣਾ ਪਊਗਾ ਵੀ ਇਹ ਡੰਡਾ ਵੇਖ ਲਾ, ਤੇਰੇ ਵੱਜੂਗਾ ਜੇ ਤੂੰ ਗੁਰਦੁਆਰੇ ਨਹੀਂ ਜਾਏਗਾ। ਇੱਥੇ ਬੈਠ ਚੁੱਪ ਕਰਕੇ ਬੰਦਾ ਬਣ ਗਏ। ਰਾਹ ਕਿੰਨੀਆਂ ਗੱਲਾਂ ਮਾਰ ਕੇ ਆਇਆ, ਜਾਂਦੀ ਬਾਕੀ ਵੀ ਕਿੰਨੀਆਂ ਗੱਲਾਂ ਮਾਰਦਾ, ਤੋ ਮੋਬਾਈਲ ਵੇਖਦਿਆਂ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਅਤੇ ਹੁਣ ਤੂੰ ਅਵੈੜਤਾ ਹੀ ਕਰ ਰਿਹਾ। ਚੱਲ ਚੁੱਪ ਕਰਕੇ ਗੁਟਕਾ ਸਾਹਿਬ ਫੜ, ਸੁਖਮਨੀ ਸਾਹਿਬ ਦਾ, ਅਤੇ ਪਾਠ ਕਰਨਾ ਪੁੱਤ, ਭਾਵੇਂ ਅੱਧਾ ਹੁਣ ਕਰ ਅੱਧਾ ਬਾਅਦ ਨਹੀਂ, ਪਰ ਕਰਨਾ ਜ਼ਰੂਰ ਹੈ। ਤੋ ਇਸ ਜਿਹੜੇ ਗੁਰਮੁਖ ਨੇ ਉਹ ਆਪਦੇ ਮਨ ਦੇ ਉੱਪਰ ਸਖਤ ਪਹਿਰਾ ਦਿੰਦੇ ਨੇ, ਇਹਦੇ ਨਾਲ ਲੜਦੇ ਨਹੀਂ, ਝਗੜਦੇ ਨੇ, ਮਨ ਦੀਆਂ ਮੰਦੀਆਂ ਵਾਸ਼ਨਾਵਾਂ ਨੂੰ ਮਾਰਦੇ ਰਹਿੰਦੇ ਨੇ। ਹੌਲੀ ਹੌਲੀ ਇਹ ਮਨ ਮਾਰੀ ਜਾਂਦਾ ਹੈ। ਇਹਨੂੰ ਪਤਾ ਲੱਗ ਜਾਂਦਾ ਵੀ ਹੁਣ ਇਹਨੇ ਮੇਰੇ ਮਗਰ ਤਾਂ ਲੱਗਣਾ ਨਹੀਂ। ਉਹ ਚਤਰਾ ਮਾਰ ਕੇ ਅਤੇ ਕਾਦਕਾਂ ਨੂੰ ਮਾਰਨ ਵਾਸਤੇ ਜਿਹੜਾ ਗੁਰਮੁਖ ਹੈ ਉਹ ਮਨ ਦੇ ਨਾਲ ਝਗੜਦਾ ਹੈ। ਜੋ ਤੁਧ ਸੇਵਾ ਸੇ ਤੁਧ ਹੀ ਜਿਹੇ। ਹੇ ਪਰਮਾਤਮਾ, ਜਿਹੜੇ ਤੈਨੂੰ ਰਹਿੰਦੇ ਨੇ, ਮਤਲਬ ਤੇਰਾ ਭਜਨ ਸਿਮਰਨ ਕਰਦੇ ਰਹਿੰਦੇ ਨੇ, ਉਹ ਤੇਰੇ ਵਰਗੇ ਹੀ, ਉਹ ਤੇਰਾ ਰੂਪ ਹੀ ਬਣ ਜਾਂਦੇ ਨੇ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾਹੀਂ। ਅਤੇ ਮਹਾਰਾਜ ਕਹਿੰਦੇ ਨੇ ਕਿ ਦੋਵੇਂ ਇੱਕ ਸਰੂਪ ਹਨ। ਜਿਵੇਂ ਜਲ ਤੋਂ ਜਲ ਪੈਦਾ ਹੁੰਦਾ ਹੈ, ਅਤੇ ਜਿਉਂ ਜਲ ਮੈਂ ਜਲਾਏ ਖਟਾਨਾ, ਤਿਉਂ ਜੋਤੀ ਸੰਗ ਜੋਤ। ਇਹ ਰੱਬ ਦੇ ਪਿਆਰੇ ਤਰੰਗ ਦੀ ਤਰ੍ਹਾਂ ਵਾਹਿਗੁਰੂ ਦੇ ਸਰੂਪ ਵਿੱਚੋਂ ਪ੍ਰਗਟ ਹੁੰਦੇ ਨੇ, ਨਾਮ ਜਪ ਕੇ ਉਹਦੇ 'ਚ ਜਾਂਦੇ ਨੇ, ਇਉਂ ਤੇਰਾ ਹੋ ਜਾਂਦੇ ਹਨ। ਉਪਜੇ ਤਰੰਗ ਜਿਉ ਨਿਰਭਉ ਬਾਲ ਸਖਾਈ ਹੈ। ਤੂੰ ਆਪ ਭੈ ਤੂੰ ਰਹਿਤ ਸਰੂਪ ਅਤੇ ਬਚਪਨ ਤੋਂ ਮਿੱਤਰ ਰੂਪ ਹੈ। ਆਪੇ ਸੁਰਗ ਮਛ ਪਿਆਲਾ। ਇਹ ਪਰਮਾਤਮਾ ਤੂੰ ਆਪ ਹੀ ਸਵਰਗ ਦੇਵਤਿਆਂ ਦਾ ਲੋਕ, ਮੱਛ ਮਾਤ ਲੋਕ ਅਤੇ ਪਤਾਲ ਲੋਕ ਰਚਨਾ ਕੀਤੇ ਨੇ। ਸਵਰਗ ਦੀ ਤਰ੍ਹਾਂ ਦਸਮ ਦੁਆਰ ਦੀ ਰਚਨਾ ਵੀ ਤੂੰ ਹੀ ਕੀਤੀ ਹੈ। ਮਾਤ ਦੀ ਤਰ੍ਹਾਂ ਤ੍ਰਿਕੁਟੀ ਪ੍ਰਵਟਿਆਂ ਦੇ ਵਿਚਕਾਰਲੀ ਜਗ੍ਹਾ ਵੀ ਤੂੰ ਹੀ ਰਚੀ ਹੈ। ਹਿਰਦਾ ਵੀ ਤੂੰ ਹੀ ਰਚਨਾ ਕੀਤਾ ਹੈ। ਜਦੋਂ ਵਾਹਿਗੁਰੂ ਆਖੀਦਾ ਹੈ ਤਾਂ ਵਾਵੇ ਕੰਨਾ ਇਹ ਗਲੇ ਤੱਕ, ਜਾਂ ਵਾਵੇ ਕੰਨਾ ਹਾਹੇ ਇਹ ਗਲੇ ਤੱਕ, ਜਾਂ ਵਾਵੇ ਕੰਨਾ ਗਲੇ ਤੱਕ ਅਤੇ ਗਲੇ ਤੋਂ ਮੂੰਹ ਤੱਕ ਹਾਹੇ ਸਿਆਰੀ। ਅਤੇ ਫਿਰ ਗੱਗੀ ਔਂਕੜ ਭਰਵੱਟਿਆਂ ਦੇ ਵਿਚਕਾਰਲੀ ਜਗ੍ਹਾ ਤੱਕ, ਤ੍ਰਿਕੁਟੀ ਤੱਕ, ਅਤੇ ਰਾਰੇ ਦਲੰਗੜ ਦਸਵੇਂ ਦੁਆਰ ਤੱਕ। ਇਉਂ ਹਿਰਦੇ ਤੋਂ ਚੁੱਕ ਕੇ ਵਾਹਿਗੁਰੂ ਨੂੰ ਉੱਪਰ ਚੜਾਉਣਾ, ਮਤਲਬ ਜੋ ਨਾਮ ਚੱਲ ਰਿਹਾ ਹੈ ਉਹਦੇ ਨਾਲ ਹਿਰਦੇ ਨੂੰ ਮਿਲਣਾ। ਵਾਹਿਗੁਰੂ ਹਿਰਦੇ ਤੱਕ ਵਾਹੇ ਅਤੇ ਥੱਲੇ ਧੁੰਨੀ ਤੱਕ ਗੁਰੂ। ਇੰਜ नाल में ब्रह्मा उपजे मुखंड सवार, हिरदे में हर का बास। मन मुखूंदा कौल है, ना दिस भगत ना नाओ। पुट्ठा जिहड़ा हिरदा कमल है, इनू वाहिगुरू दे नाम नाल सिद्धा करना, विच प्रकाश पैदा करना। फिर मूल द्वार रीढ़ दी हड्डी थानी जिहड़ी भुजंगमा नाड़ी इनू के उपर दसवें द्वार नूं चढ़ना। इउं वाहिगुरू अकाल पुरख प्रभु परमात्मा का नाम जपना। हे महाराज, ये तो कुछ आप ही पैदा किया, जिहदे ते कृपा कर दिंदा, उन्होंने दुख दिखा दिंदा है। इसे प्रकार आपे सुरग मछ प्याला। आप ही दी तरह पुन्नी पुरख, मात लोग दी तरह पुन्नी ते पापी मिश्रत ते पता तरह पापी पुरख रचना कीते हन। इस प्रकार
ਆਪੇ ਸੁਰਗ ਮਛ ਪਿਆਲਾ। ਦੀ ਤਰ੍ਹਾਂ ਦੇਵੀ ਸੰਪਦਾ ਵਾਲੇ ਗਿਆਨਵਾਨ ਵੀ ਤੂੰ ਆਪ ਹੀ ਰਚੇ ਨੇ। ਮਾਲਕ ਦੀ ਤਰ੍ਹਾਂ ਮੱਧਮ ਜਗਿਆਸ ਤੇ ਪਤਾ ਦੀ ਤਰ੍ਹਾਂ ਨਿਮਰਤਾ ਵਾਲੇ ਸੇਵਕ ਤੂੰ ਆਪ ਹੀ ਰਚਨਾ ਕੀਤੇ ਨੇ। ਆਪੇ ਜੋਤ ਸਰੂਪੀ ਬਾਲਾ। ਤੂੰ ਆਪ ਹੀ ਪ੍ਰਕਾਸ਼ ਰੂਪ ਅਤੇ ਬਲ ਵਾਲਾ ਹੈ। ਬਿਗਟ ਬਿਕਰਾਲ ਸਰੂਪੀ। ਡਰਾਉਣੀਆਂ ਜਟਾਂ ਵਾਲਾ ਸਰੂਪ ਰਚਨ ਵਾਲਾ ਵੀ ਤੂੰ ਆਪ ਹੀ ਹੈ। ਰੂਪ ਨ ਰੇਖਿਆ ਕਾਈ ਹੈ। ਵਾਸਤਵ ਦੇ ਵਿੱਚ ਪਰ ਤੇਰਾ ਨਾ ਕੋਈ ਰੂਪ ਹੈ, ਨਾ ਹੀ ਕੋਈ ਮਾਸ਼ਾ ਚ ਕਾਸ਼ਾਦਕ ਦੀ ਰੇਖਾ ਲਕੀਰ ਹੈ। ਭੇਦ ਕਤੇਬੀ ਭੇਦ ਨ ਜਾਤਾ। ਸਾਮ ਵੇਦ ਰਿਗ ਜੋਜਰ ਅਥਰ ਬਣ ਇਹ ਚਾਰ ਵੇਦਾਂ ਵਾਲੀਆਂ ਨੇ ਤੇ ਅੰਜੀਲ ਤੌਰੇਤ ਜੰਬੂਰ ਤੇ ਕੁਰਾਨ ਇਹਨਾਂ ਚਾਰ ਕਿਤਾਬਾਂ ਵਾਲੀਆਂ ਨੇ। ਤੇਰਾ ਭੇਦ ਨਹੀਂ ਜਾਣਿਆ। ਨਾ ਤਿਸ ਮਾਤ ਪਿਤਾ ਸੁਤ ਭਰਾਤਾ। ਨਾ ਹੀ ਤਿਸ ਜੀ ਦਾ ਕੋਈ ਮਾਂ ਪਿਓ ਹੈ, ਨਾ ਹੀ ਕੋਈ ਖਾਰ ਅਤੇ ਨਾ ਹੀ ਭਰਾ ਹੈ। ਸਗਲੇ ਸੈਲ ਉਪਾਏ ਸਮਾਏ। ਸਾਰੇ ਪਹਾੜ ਇਹ ਵਾਹਿਗੁਰੂ ਤੂੰ ਹੀ ਪੈਦਾ ਕੀਤੇ ਹਨ ਤੇ ਆਪ ਹੀ ਕਰਕੇ ਤੂੰ ਕਰ ਦਿੰਦਾ ਹੈ। ਅਲਖ ਨਾ ਲਖਣਾ ਜਾਈ ਹੈ। ਤੇਰਾ ਸਰੂਪ ਲਖਣ ਤੋਂ ਰਹਿਤ ਹੈ, ਜੋ ਗੁਰਾਂ ਤੋਂ ਬਿਨਾ ਵਰਤੀ ਕਰਕੇ ਜਾਣਿਆ ਨਹੀਂ ਜਾਂਦਾ। ਕਰ ਕਰ ਥਾਕੀ ਮੀਤ ਕਨੇਰੇ। ਦੇਵੀ ਦੇਵਤਿਆਂ ਰੂਪ ਮਿੱਤਰ ਕਰ ਕਰਕੇ ਥੱਕ ਗਈ ਹੈ। ਹੋਏ ਨ ਕਾਟਾ ਅਵਗੁਣ ਮੇਰੇ। ਪਰ ਕੋਈ ਵੀ ਮੇਰੇ ਗੁਨਾਹਾਂ ਨੂੰ ਕੱਟ ਨਹੀਂ ਸਕਿਆ। ਸੋਰ ਨਰ ਨਾਥ ਸਾਹਿਬ ਸਭਨਾ ਸੇਰਾ। ਦੇਵਤੇ ਮਨੁੱਖ ਦੇਵੀ ਸੰਪਦਾ ਵਾਲੇ ਸੂਰਮੇ ਨੌਨਾਥ ਆਦਿਕ ਸਾਰਿਆਂ ਦੇ ਪਰ ਤੂੰ ਹੀ ਮਾਲਕ ਹੈ। ਭਾਏ ਮਿਲ ਪਹੁੰਚ ਜਾਈ ਹੈ। ਤੇਰਾ ਪ੍ਰੇਮ ਮਿਲ ਜਾਵੇ ਤਾਂ ਸਾਰਾ ਕਾਲ ਆਦਿਕ ਦਾ ਡਰ ਚਲਿਆ ਜਾਂਦਾ ਹੈ। ਭੁੱਲੇ ਚੁਕੇ ਮਾਰਗ ਪਾਵਹ। ਹੇ ਪ੍ਰਮਾਤਮਾ ਜੋ ਗਿਆਨ ਕਰਕੇ ਤੇਰੇ ਨਾਲੋਂ ਭੁੱਲੇ ਤੇ ਵੱਲੋਂ ਚੁੱਕ ਗਏ। ਬਹੁਤ ਜ਼ਿਆਦਾ ਵੱਡੀ ਗਲਤੀ ਨੂੰ ਭੁੱਲ ਕਹਿੰਦੇ ਨੇ ਤੇ ਛੋਟੀ ਨੂੰ ਚੁੱਕ ਕਹਿੰਦੇ ਨੇ। ਉਹਨਾਂ ਨੂੰ ਤੂੰ ਭਗਤੀ ਸਹਿਤ ਗਿਆਨ ਦੇ ਰਸਤੇ ਵਿੱਚ ਆਪ ਹੀ ਪਾਉਣਾ ਕਰਦਾ ਹੈ। ਆਪ ਭਲਾਈ ਤੂੰ ਹੈ ਸਮਝਾਵਹ। ਆਪ ਜੀਵਨ ਦੀ ਕਰਨੀ ਅਨੁਸਾਰ ਉਹਨਾਂ ਨੂੰ ਭੁਲਾਉਂਦਾ ਤੇ ਤੂੰ ਆਪ ਹੀ ਸਤਿਗੁਰੂ ਰੂਪ ਧਾਰ ਕੇ ਸਮਝਾਉਂਦਾ ਹੈ। ਬਿਨ ਨਾਮ ਅਵਰਨ ਦੀਸਾ। हे ਪ੍ਰਮਾਤਮਾ ਤੇਰੇ ਨਾਮ ਤੋਂ ਬਿਨਾ ਮੈਨੂੰ ਹੋਰ ਕੋਈ ਵੀ ਤੇਰੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਨਹੀਂ ਦਿਸਦਾ। ਨਾਵਹੁ ਗਤ ਮਿਤ ਪਾਈ ਹੈ। ਤੇ ਨਾਮ ਕਰਕੇ ਹੀ ਮੁਕਤੀ ਦੀ ਮਰਿਆਦਾ ਪਾਈ ਜਾਂਦੀ ਹੈ। ਗੰਗਾ ਜਮਨਾ ਕੇਲ ਕੇਦਾਰਾ। ਗੰਗਾ ਜਮਨਾ ਨਦੀ ਮਿੰਦਰਾਬਨ ਕੇਦਾਰਨਾਥ। ਕਾਂਸੀ ਕਾਂਤੀ ਪੁਰੀ ਦੁਆਰਾ। ਕਾਂਸੀ ਦੀ ਪੁਰੀ ਕਾਂਤੀ ਹਿੰਦੂਆਂ ਦੀ ਪੁਰੀਆਂ ਵਿੱਚ ਇੱਕ ਪੁਰੀ ਅਤੇ ਪੁਰੀ ਪੁਰਸ਼ੋਤਮ ਜਗਨਨਾਥ ਤੇ ਦਵਾਰਕਾ ਨਗਰੀ। ਗੰਗਾ ਸਾਗਰ ਬੇਣੀ ਸੰਗਮ। ਜਿੱਥੇ ਗੰਗਾ ਸਮੁੰਦਰ ਵਿੱਚ ਜਾ ਕੇ ਉਹਨੂੰ ਗੰਗਾ ਕਹਿੰਦੇ ਨੇ ਅਤੇ ਤ੍ਰਿਵੇਣੀ ਦਾ ਸੰਗਮ ਇਕੱਠ। 68 ਅੰਕ ਸਮਾਈ ਹੈ। 68 ਤੀਰਥ ਆਦਿਕ ਦਾ ਮਹਾਤਮ ਪਰਮੇਸ਼ਰ ਨਾਲ ਪ੍ਰੇਮ ਵਾਲਿਆਂ ਦੇ ਹਿਰਦੇ ਵਿੱਚ ਜਾਂਦਾ ਹੈ। ਇਹਨਾਂ
ਦੋ ਪੰਕਤੀਆਂ ਦੇ ਫਿਰ ਅਰਥ ਸਰਵਣ ਕਰੋ ਜੀ। ਗੰਗਾ ਜਮਨਾ ਕੇਲ ਕੇਦਾਰਾ। ਗੰਗਾ ਦੀ ਤਰ੍ਹਾਂ ਭਗਤੀ, ਜਮਨਾ ਦੀ ਤਰ੍ਹਾਂ ਉਪਾਸਨਾ, ਸਰਸਤੀ ਦੀ ਨਿਆਈ ਗਿਆਨ ਤੇ ਸ਼ੁਭ ਗੁਣਾ ਰੂਪੀ ਚਿੱਤ ਨੂੰ ਅਚਾਰ ਰੂਪ ਕੇਦਾਰਨਾਥ ਬਣਿਆ ਹੋਇਆ ਹੈ। ਕਾਸੀ ਕਾਂਤੀ ਪੁਰੀ ਦੁਆਰਾ। ਪੰਜ ਤਰ੍ਹਾਂ ਅਪਰੋਗ ਗਿਆਨ ਦੇ ਪ੍ਰਕਾਸ਼ ਸਹਿਤ ਅਵਿਦਿਆ ਨੂੰ ਕਾਂਤੀ ਕਤਲ ਕਰ ਦਿੱਤਾ ਹੈ ਅਤੇ ਸਾਰਿਆਂ ਵਿੱਚ ਜਿਨ੍ਹਾਂ ਨੇ ਪਰਮੇਸ਼ਰ ਨੂੰ ਪੂਰਨ ਜਾਣ ਲਿਆ ਹੈ। ਗੰਗਾ ਸਾਗਰ ਬੇਣੀ ਸੰਗਮ। ਰੂਪ ਗੰਗਾ ਪ੍ਰੇਮ ਸਾਗਰ ਦੇ ਸਤ ਏੜਾ ਪਿੰਗਲਾ ਤੇ ਰੂਪ ਤਰਬੇਣੀ ਦਾ ਸੰਗਮ ਬਣਿਆ ਹੋਇਆ ਹੈ ਅਤੇ ਜੋਗੀਆਂ ਦੇ ਕਲਪੇ ਹੋਏ 68 ਘਾਟ ਆਦਿਕ ਸਾਰੇ ਸ਼ੁਭ ਗੁਣ ਉਹਨਾਂ ਦੇ ਹਿਰਦੇ ਅੰਦਰ ਹੀ ਹੋਏ ਨੇ, ਜਿਹੜੇ ਪਰਮੇਸ਼ਰ ਦੇ ਅੰਕ ਸਰੂਪ ਪ੍ਰੇਮ ਦੇ ਵਿੱਚ ਭੇਦ ਰਹਿੰਦੇ ਨੇ। 68 ਅੰਕ ਸਮਾਈ ਹੈ। ਜਿਹੜੇ ਵਾਹਿਗੁਰੂ ਦੀ ਗੁਰਬਾਣੀ ਰੂਪ ਗੋਦ ਵਿੱਚ ਰਹਿੰਦੇ ਨੇ ਉਹਨਾਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਣਿਆ ਇਹ ਬਾਣੀ ਗੁਰੂ ਕਰਨ ਰੂਪ 68 ਤੀਰਥਾਂ ਦਾ ਇਸ਼ਨਾਨ ਬਣਿਆ ਹੋਇਆ ਹੈ। ਆਪੇ ਸਿੱਧਾ ਸਾਧਕ ਵਿਚਾਰੀ। ਪਰਮੇਸ਼ਰ ਆਪ ਹੀ ਸਿੱਧੀ ਪ੍ਰਾਪਤੀ ਵਾਲਾ ਜੋਗੀ ਰੂਪ ਕਰਨ ਵਾਲਾ ਰੂਪ ਜਾਂ ਆਪ ਹੀ ਮੁਕਤ ਰੂਪ, ਆਪ ਹੀ ਵਿਵੇਕ ਵੈਰਾਗ ਆਦਿਕ ਨੂੰ ਕਰਨ ਵਾਲਾ ਹੈ। ਆਪੇ ਰਾਜਨ ਪੰਚਾਕਾਰੀ। ਅਤੇ ਆਪ ਹੀ ਤਨ ਪਾਦੇ ਸੰਸ਼ੋਧਨ ਦੀ ਵਿਚਾਰ ਕਰਨ ਵਾਲਾ ਹੈ। ਆਪ ਹੀ ਰਾਜਾ ਰੂਪ, ਆਪ ਹੀ ਪੰਚਾਇਤ ਦੀ ਕਰਨ ਵਾਲਾ ਚੌਧਰੀ ਰੂਪ ਜਾਂ ਜਨਾ ਪੰਜ ਤੱਤਾਂ ਦੇ ਕਰਨ ਵਾਲਾ ਹੈ, ਜਾਂ ਆਪ ਹੀ ਰਾਜਨ ਭਾਵ ਗਿਆਨਵਾਨ ਤੇ ਆਪ ਹੀ ਜਨਾਂ ਨੂੰ ਸਤ ਸੰਤੋਖ ਆਦਿ ਗੁਣ ਬਖਸ਼ ਕੇ ਉਹਨਾਂ ਨੂੰ ਪੰਜਾਂ ਵਿਸ਼ਿਆਂ ਦੇ ਮਿਟਣ ਦੀ ਦਵਾਈ ਦੇਣਾ ਕਰਦਾ ਹੈ। ਤਾਹਤ ਬਹਿ ਅਦਲੀ ਪ੍ਰਭ ਆਪੇ। ਪਰਮੇਸ਼ਰ ਆਪ ਹੀ ਅਦਲੀ ਨਿਆਂਕਾਰ ਹੋ ਕੇ ਸੰਸਾਰ ਤਖਤ ਦੇ ਉੱਪਰ ਬੈਠਾ ਹੈ, ਜਾਂ ਨਿਆਂਕਾਰੀ ਪਰਮਾਤਮਾ ਆਪ ਹੀ ਸਤਸੰਗਤ ਰੂਪ ਤਖਤ ਉੱਪਰ ਗੁਰੂ ਰੂਪ ਹੋ ਕੇ ਮਹਾਤਮਾ ਰੂਪ ਹੋ ਕੇ ਬੈਠਾ ਹੈ। ਪਰਮ ਭੇਦ ਪਹੁ ਜਾਈ ਹੈ। ਉਸ ਦੇ ਨਾਲ ਹੀ ਪੰਜ ਪ੍ਰਕਾਰ ਦਾ ਭੇਦ ਪਰਮ ਤੇ ਭੇਦ ਪਰਮ, ਕਰਤੱਤ ਪਰਮ, ਪੁਨ ਸੰਗ ਪਰਮ, ਵਿਕਾਰ ਇਤਿਆਦਿਕ ਭਰਮ ਤੇ ਪ੍ਰਕਾਰ ਦਾ ਜਿਹੜਾ ਭੈ ਹੈ ਉਹ ਚਲੇ ਜਾਂਦਾ ਹੈ। ਇੱਥੇ ਨਿਯਤ ਸਮਾਂ ਸਮਾਪਤ ਹੋਇਆ ਹੈ। ਗੁਰਬਾਣੀ ਦੀ ਕਥਾ ਨੂੰ ਇੱਥੇ ਵਿਸ਼ਰਾਮ ਦਿੰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਮੰਗਦੇ ਹਾਂ ਜੀ। ਅੱਗੇ ਤੋਂ ਸਮਤ ਬਖਸ਼ੋ। ਆਪੇ ਸਿੱਧਾ ਸਾਧਕ ਵਿਚਾਰੀ। ਆਪੇ ਰਾਜਨ ਪੰਚਾਕਾਰੀ। ਤਖਤ ਦਲੀ ਪ੍ਰਭ ਪਰਮ ਪਹੁ ਜਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ।